कल एक पिछले दिन इतने नरेंद्र मोदी आया इतने फिरोजपुर ने आपकी चोण रैली ਨੂੰ ਸੰਬੋਧਨ ਕਰਨ ਆਉਣਾ ਸੀ ਕਿਤੇ ਕਿਸਾਨਾਂ ਨੇ ਧਰਨਾ ਲਾ ਕੇ ਤੇ ਉਹਨੂੰ ਰੋਕਿਆ ਗੱਡੀ ਨੂੰ ਸਾਨੂੰ ਇਨਸਾਫ ਨਹੀਂ ਦਿੱਤਾ ਗਿਆ ਫਿਰ ਸੀਏ 'ਚ ਦਿੱਲੀ ਵਿੱਚ ਸਪੈਸ਼ਲ ਫੋਰਸਾਂ ਬਣ ਗਈਆਂ ਨੇ ਤੇ ਸਾਰੀ ਉਹ ਗੱਲ ਸਿੱਖ ਕੌਮ ਤੇ ਮੜੀ ਜਾ ਰਹੀ ਆ ਤੇ ਦੂਸਰੇ ਪਾਸੇ ਪੂਰੇ ਹਿੰਦੁਸਤਾਨ ਵਿੱਚ ਉਹਦੀ ਚਰਚਾ ਹੋ ਰਹੀ ਆ ਵੀ ਮੋਦੀ ਤੇ ਹਮਲਾ ਹੋ ਜਾਣਾ ਮੋਦੀ ਤੇ ਹਮਲਾ ਹੋ ਜਾਣਾ ਸੀ ਤੇ ਸਿੱਖਾਂ ਦੀ ਫੜੋ ਫੜਾਈ ਉਸ ਗੱਲ ਤੇ ਵੀ ਅੱਜ ਪਤਾ ਨਹੀਂ ਕੀ ਗੱਲ ਨੂੰ ਕੱਲ ਵਾਪਰਨੀ ਆ ਇੱਕ ਬੰਦੇ ਦੀ ਸੁਰੱਖਿਆ ਵਾਸਤੇ ਨਵੀਆਂ ਫੋਰਸਾਂ ਬਣ ਗਈਆਂ ਨੇ ਸਾਡਾ ਦੋ ਜਹਾਨ ਦਾ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਕਿਨੂੰ ਕਲਗੀਧਰ ਪਾਤਸ਼ਾਹ ਨੇ ਪੂਰਾ ਸਰਬੰਸ ਵਾਰ ਕੇ ਤੇ ਇਸ ਹਿੰਦੁਸਤਾਨ ਨੂੰ ਜੀਵਨ ਜਾਨ ਦਿੱਤੀ ਆ ਤੇ ਉਹ ਕਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਗੱਦੀ ਦੇ ਕੇ ਗਏ ਨੇ 1708 ਵਿੱਚ ਉਸ ਗੁਰੂ ਦੀ ਬੇਅਦਬੀ ਹੋਵੇ ਤੇ ਇੱਥੋਂ ਦਾ ਪ੍ਰਸ਼ਾਸਨ ਇੱਥੋਂ ਸਰਕਾਰਾਂ ਗੱਲ ਸੀਰੀਅਸ ਲੈਣੀ ਨਾ ਜੋ ਕਿ ਦੋ ਜਹਾਨ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਪੂਰੀ ਤਰਲੋਕੀ ਦੇ ਮਾਲਕ 2009 ਤੋਂ ਲੈ ਕੇ ਅੱਜ ਤੱਕ ਬੇਅਦਬੀਆਂ 400 ਤੋਂ 450 ਦੇ ਕਰੀਬ ਵਾਪਰ ਗਈਆਂ ਨੇ ਪੰਜਾਬ ਦੇ ਵਿੱਚ ਅੱਜ ਫਿਰ ਨਵੀਂ ਘਟਨਾ ਵਾਪਰੀ ਆ ਝੱਤਰੇ ਪਿੰਡ ਦੇ ਤੇ ਮਨਸੂਰ ਦੇ ਪਿੰਡ ਦੇ ਵਿਚਾਲੇ ਆਹ ਗੁਰਬਾਣੀ ਤੇ ਗੁਟਕਾ ਸਾਹਿਬ ਦੇ ਅਗਲੇ ਪਾਸੇ ਰੰਗ ਕੱਟੇ ਪਾੜੇ ਤੇ ਮਗਰੇ ਪਾਸੇ ਪਾੜੇ ਹੋਏ ਨੇ ਕੋਈ 10 ਰੁਪਏ ਰੱਖ ਕੇ ਤੇ ਲੱਡੂ ਰੱਖ ਕੇ ਰੋਡ ਦੇ ਉੱਤੇ ਗੁਟਕਾ ਸਾਹਿਬ ਰੱਖ ਗਿਆ ਹੈ ਜੋ ਕਿ ਹੁਣ ਇੱਥੋਂ ਕੋਈ ਗੱਡੀ 'ਚ ਲੰਘ ਰਹੇ ਬੰਦੇ ਉਹ ਰੋਕ ਕੇ ਸੜਕ ਦੇ ਉਹਨਾਂ ਵਿਚਾਰਿਆਂ ਨੂੰ ਚੁੱਕ ਕੇ ਤੇ ਝੱਤਰੇ ਗੁਰਦੁਆਰੇ ਦੇ ਵਿੱਚ ਪਹੁੰਚਾਇਆ ਹੈ ਤੇ 450 ਬੇਅਦਬੀ ਤੋਂ ਉੱਪਰ ਕੇਸ ਲੰਘ ਗਏ ਨੇ ਪੰਜਾਬ ਦੇ ਤੇ ਹਜੇ ਤੱਕ ਕੋਈ ਬੰਦਾ ਸਾਨੂੰ ਕਲੀਅਰ ਸਾਡੇ ਸਾਹਮਣੇ ਨਹੀਂ ਆਇਆ ਹੁਣ ਇੱਥੇ ਐਸਪੀ ਸਾਹਿਬ ਸਾਡੇ ਫਿਰੋਜ਼ਪੁਰ ਜ਼ਿਲ੍ਹੇ ਦਾ ਸਾਰਾ ਪੁਲਿਸ ਪ੍ਰਸ਼ਾਸਨ ਪਹੁੰਚਿਆ ਹੈ ਇਹਨਾਂ ਨੂੰ ਅਸੀਂ ਇਹ ਬੇਨਤੀ ਕਰਦੇ ਹਾਂ ਵੀ ਕੋਈ ਇਹਨਾਂ ਦੀ ਗੰਭੀਰਤਾ ਨਾਲ ਆਪਾਂ ਕਿੰਨੇ ਕੁ ਗੁਟਕਾ ਸਾਹਿਬ ਉੱਤੇ ਗੋਂਦਵਾਲ ਸਾਹਿਬ ਭੇਜਾਂਗੇ ਆਹ ਨਿੱਤ ਕਿਦੋਂ ਲੱਭਦਾ ਤਾਂ ਅਸੀਂ ਗੋਂਦਵਾਲ ਸਾਹਿਬ ਭੇਜ ਦਿੱਤੇ ਗੁਟਕਾ ਸਾਹਿਬ ਜਾਂ ਉੱਥੋਂ ਪ੍ਰਸ਼ਾਸਨ ਕਿਤੇ ਵੀ ਕਰਦੇ ਪਏ ਇਹਦੀ ਕਾਰ ਵੀ ਗੰਭੀਰਤਾ ਨਹੀਂ ਹੋ ਰਹੀ ਅਸੀਂ ਸਰਕਾਰ ਤੋਂ ਪੂਰੇ ਪ੍ਰਸ਼ਾਸਨ ਤੋਂ ਪੂਰੀ ਚੋਣ ਜਾਬਤਾ ਲੱਗ ਚੁੱਕਾ ਚੋਣ ਕਮਿਸ਼ਨ ਤੋਂ ਮੰਗ ਕਰਦੇ ਹਾਂ ਚਲੋ ਇਹ ਪ੍ਰਸ਼ਾਸਨ ਨਾਲ ਵੀਰ ਸਾਡੇ ਭਰਾ ਦੇ ਨੌਕਰ ਇਹਨਾਂ ਨੂੰ ਹੁਕਮਾਂ ਨਾਲ ਕਰਨੀ ਸੇਵਾ ਇਹਦੀ ਕੱਲ ਮਾੜਾ ਜੀ ਮੋਦੀ ਦੀ ਚੂਕ ਵਿੱਚ ਢਿੱਲ ਹੋਈ ਹੈ ਉਹਨੇ ਕਿਸਾਨਾਂ ਨੇ ਆਪਦੇ ਹੱਕਾਂ ਲਈ ਮੋਰਚਾ ਲਾਇਆ ਸੀਗਾ 3 SSP ਪੰਜਾਬ ਦੇ ਮੁਲਤ ਕਰਤੇ 3 SSP ਕੋਈ ਉਹਨਾਂ ਹਾਲੇ SSP ਦਾ ਗੁਨਾਹ ਨਹੀਂ ਗਾ ਸੀਗਾ ਇੱਕ ਬੰਦੇ ਦੀ ਚੂਕ ਵਾਸਤੇ ਤੇ ਦੋ ਜਹਾਨ ਦੇ ਮਾਲਕ ਦੀ ਧੰਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਅੱਜ ਤੱਕ ਸਾਡੇ ਸਾਹਮਣੇ ਇੱਕ ਮੁਲਜ਼ਮ ਨਹੀਂ ਆਇਆ ਤੇ ਅਸੀਂ ਕਿੰਨਾ ਚਿਰ ਗੱਡੀਆਂ ਭਜਾਵਾਂਗੇ ਕਿੱਧਰ ਜਾਵਾਂਗੇ ਹੁਣ ਪੰਜਾਬ ਦੇ ਵਾਸੀਓ ਆਹ ਨਗਰ ਐਡਾ ਵੱਡਾ ਇੱਥੇ ਗੁਟਕਾ ਸਾਹਿਬ ਆ ਪਿੰਡ ਦੇ ਬੰਦੇ ਨਹੀਂ ਆਏ ਇਕੱਠੇ ਹੋ ਕੇ ਇੱਥੇ ਵੀ ਆਏ ਕੋਈ ਅਸੀਂ ਫਿਰੋਜ਼ਪੁਰ ਚੱਲ ਕੇ ਆ ਗਏ SSP ਸਾਹਿਬ ਫਿਰੋਜ਼ਪੁਰ ਚੱਲ ਕੇ ਆ ਗਿਆ ਕੋਈ ਤਾਂ ਗੁਰਬਾਣੀ ਦੀ ਗੁਰਦੁਆਰੇ ਬਣਾ ਕੇ ਸਤਿਕਾਰ ਕਰੋ ਪਿੰਡਾਂ ਵਾਲਿਓ ਕਿ ਬਿਲਕੁਲ ਆਪਣੀਆਂ ਜ਼ਮੀਰਾਂ ਮਰ ਗਈਆਂ ਨੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਇਹਨਾਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ ਗੁਟਕਾ ਸਾਹਿਬ ਅਸੀਂ ਵੀ ਗੋਂਦਵਾਲ ਸਾਹਿਬ ਪਹੁੰਚਾ ਦਿਆਂਗੇ ਫਿਰ ਅਸਲੀ ਦੋਸ਼ੀ ਕਿਹੜੇ ਕੌਮ ਦੇ ਸਾਹਮਣੇ ਲਿਆਂਦੇ ਜਾਣ ਉਹਨਾਂ ਦੀ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਸਾਨੂੰ ਵੱਡੀਆਂ ਕੋਈ ਇੱਥੇ ਪੰਜਾਬ ਦੇ ਉਹ ਕੀ ਕਰੀਏ ਮੋਰਚੇ ਕਿੰਨੇ ਕੁ ਲਾਈਏ ਕਿੰਨੇ ਕੁ ਮੋਰਚੇ ਲਾਵਾਂਗੇ ਤੇ ਗੁਰੂ ਦੀ ਨਰਾਦਰੀ ਦਿਨੋਂ ਦਿਨ ਵੱਧਦੀ ਜਾ ਰਹੀ ਆ ਉਹ ਦਿਨ ਕਿਹੜਾ ਦਿਨ ਐਸਾ ਪੰਜਾਬ 'ਚ ਨਹੀਂ ਚੜ੍ਹਦਾ ਕਿਹੜੇ ਦਿਨ 2 ਥਾਈਂ 3 ਥਾਈਂ ਗੁਰੂ ਦੀ ਬੇਅਦਬੀ ਨਹੀਂ ਹੁੰਦੀ ਤੇ ਪੰਜਾਬ ਦਾ ਪ੍ਰਸ਼ਾਸਨ ਪੰਜਾਬ ਦੀ ਸਰਕਾਰਾਂ ਬੜੇ ਵੱਡੇ ਵੱਡੇ ਦਾਅਵੇ ਕਰਦੀਆਂ ਨੇ ਪਰ ਗੁਰੂ ਸਾਹਿਬ ਵੱਲ ਕੋਈ ਧਿਆਨ ਨਹੀਂ ਦੇ ਰਹੇ ਤੇ ਇਸ ਕਰਕੇ ਮੈਂ ਸਾਰੇ ਪ੍ਰਸ਼ਾਸਨ ਦੇ ਵੀਰਾਂ ਨੂੰ ਇੱਥੇ ਭਾਈ ਅਮਰੀਕ ਸਿੰਘ ਸਾਰੇ ਸਿੰਘ ਪਹੁੰਚੇ ਆ ਵੀ ਆਪਦੀ ਬੇਨਤੀ ਕਰਨਾ ਰੱਖੋ ਅਮਰੀਕ ਸਿੰਘ ਰੱਖੋ ਵਿਚਾਰ ਸੰਗਤਾਂ ਸਾਹਮਣੇ ਕੋਈ ਕਮੇਟੀ ਬਣਾਓ ਜਾਂਚ ਕਰੋ ਵੀ ਕਿੱਥੇ ਉਸ ਮਸਲੇ 'ਚ ਕੋਈ ਜਾਂਚ ਨਹੀਂ ਹੋਈ ਅਜੇ ਤੱਕ ਕਿਹੜਾ ਹਰੀ ਘਾਟ ਤੋਂ 5 ਗੁਟਕਿਆਂ ਸਾਹਿਬ ਲੱਭੀ ਆਪਾਂ ਨੂੰ ਉਹ ਵੀ ਆਪਾਂ ਬਾਹਰ ਦੇ ਬੰਦੇ ਛੱਡ ਕੇ ਉਹਨੂੰ ਖੰਡ-ਫੜ ਕਰਾਤਾ ਤੋਂ ਬੰਦਿਆਂ ਨੂੰ ਤਾਂ ਆਪਾਂ ਵਿੱਚੇ ਹੀ ਛੱਡਦੀ ਆ ਤੇ ਇਹ ਗੱਲਾਂ ਵੀ ਇਸ ਕਰਕੇ ਕੋਈ ਚੰਗੀ ਹੈ ਭਾਈ ਕਮੀਰ ਇਹਦੀ ਕਮੇਟੀ ਬਣਾਓ ਪ੍ਰਸ਼ਾਸਨ ਵੱਲੋਂ ਤੇ ਇਹਦੀ ਕਾਰਵਾਈ ਕਰੋ ਵੀ ਕਿਹੜੇ ਬੰਦੇ ਕਾਰਵਾਈ ਕਰ ਰਹੇ ਕਿਹੜੇ ਬੰਦੇ ਸ਼ਰਾਰਤੀ ਅੰਸਰ ਤੇ ਕਿਹੜਾ ਪੰਜਾਬ ਦੇ ਮਾਹੌਲ ਨੂੰ ਅੱਗ ਲਾ ਰਹੇ ਦਿਲੋਂ ਲਾ ਰਹੇ ਆ ਦਰਸ਼ਕੋ ਜਿਸ ਤਰੀਕੇ ਦੇ ਨਾਲ ਚੋਣ ਜਾਬਤਾ ਲੱਗ ਚੁੱਕਾ ਹੈ ਇਲੈਕਸ਼ਨ ਦਾ ਦੌਰ ਜਿਹੜਾ ਹੈ ਨੇੜੇ ਆ ਚੁੱਕਾ ਹੈ ਤੇ ਗੁਰੂ ਸਾਹਿਬ ਜੀ ਦੀਆਂ ਬੇਅਦਬੀਆਂ ਜਿਹੜੀਆਂ ਨੇ ਉਹ ਦਿਨੋਂ ਦਿਨ ਵੱਧਦੀਆਂ ਹੀ ਜਾ ਰਹੀਆਂ ਨੇ ਅਸੀਂ ਗੱਲ ਕਰੀਏ ਪਿਛਲੇ ਹਫਤੇ ਦੇ ਵਿੱਚ ਮਾਝੇ ਦੀ ਧਰਤੀ ਦੇ ਉੱਪਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬੇਅਦਬੀ ਕਰਨ ਵਾਸਤੇ ਇੱਕ ਦੁਸ਼ਟ ਦਿੱਲੀ ਦੀ ਧਰਤੀ ਤੋਂ ਆਉਂਦਾ ਹੈ ਅਜਨਾਲੇ ਦੀ ਧਰਤੀ ਦੇ ਉੱਪਰ ਤੁਸੀਂ ਸਾਰਾ ਕੁਝ ਸਾਡੇ ਚੈਨਲ ਦੇ ਉੱਪਰ ਵੀਡੀਓ ਚੱਲੀਆਂ ਤੇ ਦੇਖੀਆਂ ਨੇ ਉਸ ਦੁਸ਼ਟ ਪਾਪੀ ਨੂੰ ਦਬੋਚ ਲਿਆ ਜਾਂਦਾ ਤੇ ਬਾਅਦ ਦੇ ਵਿੱਚ ਫਿਰ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਤੇ ਨਵੀਂ ਘਟਨਾ ਦੁਬਾਰਾ ਤੋਂ ਫਿਰ ਵਾਪਰ ਚੁੱਕੀ ਹੈ ਮੋਗਾ ਤੇ ਜੀਰਾ ਦੇ ਵਿਚਕਾਰ ਪਿੰਡ ਪੈ ਜਾਂਦਾ ਇੱਕ ਝਤਰਾ ਜਿੱਥੇ ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਦੀ ਬੇਅਦਬੀ ਹੋਈ ਗੁਟਕਾ ਸਾਹਿਬ ਦੀ ਬੇਅਦਬੀ ਹੋਈ ਹੈ ਤੇ ਫੌਰਨ ਹੀ ਗੁਰੂ ਕੀਆਂ ਸੰਗਤਾਂ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਨ ਵਾਲੇ ਸਾਰੇ ਸਿੰਘ ਉੱਥੇ ਪਹੁੰਚੇ ਨੇ ਦਰਸ਼ਕੋ ਕੀ ਅਸਲ ਦੇ ਵਿੱਚ ਮੁੱਦਾ ਹੈ ਉਹ ਕੌਣ ਦੁਸ਼ਟ ਸਨ ਜਿਨ੍ਹਾਂ ਨੇ ਗੁਟਕਾ ਸਾਹਿਬ ਦੀ ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਦੀ ਬੇਅਦਬੀ ਕਰ ਦਿੱਤੀ ਕਿਵੇਂ ਬਾਣੀ ਉਹਦੀ ਬੇਅਦਬੀ ਕੀਤੀ ਗਈ ਕਿਵੇਂ ਸਿੰਘਾਂ ਨੂੰ ਪਤਾ ਲੱਗਦਾ ਹੈ ਸਾਰੀ ਜਾਣਕਾਰੀ ਜਿਹੜੀ ਅਸੀਂ ਤੁਹਾਡੇ ਤੱਕ ਪਹੁੰਚਾਉਣ ਦਾ ਯਤਨ ਕਰਾਂਗੇ ਅਸੀਂ ਹੁਣ ਜੀਰੇ SSP ਦਫ਼ਤਰ ਦੇ ਵਿੱਚ ਸਿੰਘ
ਮੌਜੂਦਾ ਮੁਖੀ ਅਫਸਰ ਨੂੰ ਮਿਲਣ ਵਾਸਤੇ ਪਹੁੰਚਿਆ ਤੇ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾ ਕੇ ਗੱਲ ਨੂੰ ਅੱਗੇ ਤੋਰਦੇ ਹਾਂ। ਮਾਲਮ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਘਟਨਾ ਮੈਂ ਬੇਨਤੀ ਕਰਾਂਗਾ ਦਰਸ਼ਕਾਂ ਨੂੰ ਦੱਸ ਦਿਓ ਵੀ ਇਹ ਤੋਂ ਲੈ ਕੇ ਤੇ ਹੁਣ ਤੱਕ ਜ਼ੈਡ ਤੱਕ ਕੀ ਕੋਈ ਜਿਸ ਦੁਸ਼ਟ ਪਾਪੀ ਨੇ ਬੇਅਦਬੀ ਕੀਤੀ ਉਹ ਫੜਿਆ ਗਿਆ, ਪੁਲਿਸ ਦੀ ਹਿਰਾਸਤ ਵਿੱਚ ਆ ਗਿਆ ਜਾਂ ਨਹੀਂ ਆਇਆ, ਕੀ ਘਟਨਾ ਸਾਰੀ ਖੁੱਲ੍ਹ ਕੇ ਦੱਸ। ਵੇਖੋ ਜੀ, 2015 ਤੋਂ ਲੈ ਕੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ 450 ਤੋਂ ਵੱਧ ਬੇਅਦਬੀਆਂ ਹੋ ਚੁੱਕੀਆਂ ਨੇ ਪੰਜਾਬ ਦੀ ਧਰਤੀ ਤੇ। ਅੱਜ ਤੱਕ ਕੋਈ ਵੀ ਦੋਸ਼ੀ ਪੁਲਿਸ ਨੇ ਸਹੀ ਤੱਕ ਕਾਰਵਾਈ ਨਹੀਂ ਕੀਤੀ। ਅੱਜ ਫਿਰ ਤੜਕੇ ਇੱਕ ਫੋਨ ਆਇਆ ਮੈਨੂੰ 10 ਵਜੇ ਵੀ ਪਿੰਡ ਮਨਸੂਰ ਤੇ ਵਾਲੇ ਝੱਤਰੇ ਦੇ ਵਿਚਾਲੇ ਕੋਈ ਗੁਰਬਾਣੀ ਦਾ ਗੁਟਕਾ ਸੁਖਮਣੀ ਸਾਹਿਬ ਦਾ 14 ਅੰਗ ਪਹਿਲੇ ਪਾਸੇ ਪਾਟੇ ਹੋਏ ਨੇ ਤੇ 2 ਪੱਟੀਆਂ ਪਿਛਲੇ ਪਾਸੇ ਪਾਟੀਆਂ ਨੇ। ਗੁਟਕਾ ਸਾਹਿਬ ਬਿਲਕੁਲ ਨਵਾਂ ਹੈ। ਨਾਲ 10 ਰੁਪਏ ਤੇ ਲੱਡੂ ਰੱਖ ਕੇ ਰੋਡ ਦੇ ਉੱਤੇ ਰੱਖ ਗਿਆ ਕੋਈ। ਉੱਥੋਂ ਕੋਈ ਬੰਦੇ ਲੰਘੇ ਆ ਗੱਡੀ ਤੇ, ਉਹਨਾਂ ਕੋਈ ਤਰੀਕ ਤੇ ਜਾਣਾ ਸੀ ਬੰਡਾਲੇ ਪਿੰਡ ਦੇ ਬੰਦੇ ਮਾਝੇ ਚੋਂ। ਉਹ ਮਨਸੂਰ ਤੇ ਆਪਣੇ ਝੱਤਰੇ ਗੁਰਦੁਆਰੇ ਗੁਟਕਾ ਸਾਹਿਬ ਫੜਾ ਗਏ ਨੇ। ਤੇ ਉਹ ਗੱਲ ਫਿਰ ਮੈਨੂੰ ਕੋਈ ਸਿੰਘਾਂ ਨੇ ਫੋਨ ਕੀਤਾ। ਉਸੇ ਵੇਲੇ ਫੌਰਨ ਮੈਂ ਸਾਰੇ ਅਫਸਰਾਂ ਨੂੰ SSP ਨਾਲ DSP ਜੀਰਾ ਨਾਲ ਕਿੰਨੇ ਵੀ ਅਫਸਰ ਸੀ ਸਾਰਿਆਂ ਸਿੱਖ ਜਥੇਬੰਦੀਆਂ ਲੋਕਲ ਸਿੰਘਾਂ ਨਾਲ ਇੱਥੇ ਪਰਮਜੀਤ ਦੇ ਮਨਸੂਰ ਦੇ ਵੱਲ ਲਖਵੀਰ ਸਿੰਘ ਮਾਲਮ ਕਿੰਨੇ ਭਾਈ ਸੁਖਦੇਵ ਸਿੰਘ ਕੁਲਵੰਤ ਸਾਰੇ ਸਿੰਘਾਂ ਨੇ ਕਾਲ ਕੀਤੀ। ਕਿੰਨੇ ਸਿੰਘਾਂ ਲੋਕਲ ਸਿੰਘਾਂ ਨਾਲ ਇੱਥੇ ਭਾਈ ਘਟਨਾ ਵਾਪਰ ਗਈ ਆ। ਹੁਣ ਉੱਥੇ ਮੌਕੇ ਤੇ ਜਾ ਕੇ ਤੁਰੰਤ ਪਿੰਡ ਮਨਸੂਰ ਦੇ ਝੱਤਰੇ ਵਿੱਚ ਉਹ ਗੁਟਕਾ ਸਾਹਿਬ ਸਾਰਾ ਚੈੱਕ ਕੀਤਾ। ਉੱਥੇ ਪਰਚਾ ਦਰਜ ਕਰਾਇਆ ਬੰਦਿਆਂ ਤੇ। ਉੱਥੇ ਮੌਕੇ ਤੇ ਤਹਿਸੀਲਦਾਰ ਸਾਰੇ ਅਫਸਰ ਪਹੁੰਚੇ ਸੀ। ਫਿਰ ਅਫਸਰ ਤਾਂ ਹਰ ਥਾਂ ਹੀ ਪਹੁੰਚ ਜਾਂਦੇ ਆ। DC ਵੀ ਪਹੁੰਚ ਜਾਂਦਾ, DIG ਪਹੁੰਚ ਜਾਂਦਾ, SSP ਸਾਰੇ ਪਹੁੰਚ ਜਾਂਦੇ ਆ। ਫਿਰ ਸਾਡੇ ਹੱਥਾਂ ਦੋਸ਼ੀ ਅੱਜ ਤੱਕ ਸਾਹਮਣੇ ਕੋਈ ਨਹੀਂ ਆਇਆ ਕੌਮ ਦੇ। ਅਸੀਂ ਅੱਜ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ, ਫਿਰੋਜ਼ਪੁਰ ਦੇ ਹੋਰ ਪੰਜਾਬ ਦੇ DGP ਕਿੰਨੇ ਵੀ ਪੰਜਾਬ ਦੇ ਅਫਸਰ ਨੇ ਚੋਣ ਕਮਿਸ਼ਨ ਤੋਂ। ਅੱਗੇ ਤਾਂ ਗੱਲ ਹੈਗੀ ਸੀ ਵੋਟਾਂ ਦੀ, ਜਾਂ ਹੁਣ ਹੈਗਾ ਕੰਮ ਚੋਣ ਕਮਿਸ਼ਨ ਦੇ ਹੱਥ ਵਿੱਚ। ਇਹ ਸਹੀ ਕਿਹੜੇ ਦੋਸ਼ੀ ਨੇ, ਕਿੰਨਾਂ ਨੇ ਘਟਨਾ ਨੂੰ ਅੰਜਾਮ ਦੇ ਰਹੇ ਨੇ, ਉਹ ਪੁਲਿਸ ਦੀ ਕਚਹਿਰੀ ਵਿੱਚ ਪ੍ਰਸ਼ਾਸਨ ਦੇ ਉਹਨਾਂ ਨੇ ਫੜ ਕੇ ਸਿੱਖ ਕੌਮ ਦੇ ਸਾਹਮਣੇ ਲਿਆ ਕੇ ਰਿਮਾਂਡ ਲੈ ਕੇ ਤੇ ਕਾਰਵਾਈ ਕਰੇ। ਇਹ ਕਿਹੜੀ ਘਟਨਾ ਸਾਨੂੰ ਦਿਸਦੀ ਆ? ਕੋਈ ਤਾਂਤਰਿਕ ਬਾਬਾ ਵੀ ਹੋ ਸਕਦਾ। ਇਲਾਕੇ 'ਚ ਤਾਂਤਰਿਕ ਬਾਬਿਆਂ ਦੇ ਵੀ ਹੜ ਆਏ ਹੋਏ ਨੇ। ਆ ਜਿਹੜੇ ਲੱਡੂ ਰੱਖੇ ਨੇ ਜਾਂ ਕਿਹੜੇ 10 ਰੁਪਏ ਨਾਲ ਰੱਖੇ ਨੇ, ਇਹਨਾਂ ਤੇ ਪ੍ਰਸ਼ਾਸਨ ਇਸ ਇਲਾਕੇ ਦੇ ਪੂਰੇ ਤਾਂਤਰਿਕ ਬਾਬੇ ਇਕੱਠੇ ਕਰਕੇ ਉਹਨਾਂ ਤੇ ਕਾਰਵਾਈ ਕਰਨ। ਇੱਕ ਸਵਾਲ ਇਹ ਵੀ ਦਰਸ਼ਕੋ ਬਣ ਜਾਂਦਾ, ਮੈਂ ਤਾਂ ਕਹਿੰਦਾ ਵੀ ਇਹ ਜਿਹੜੇ ਤਾਂਤਰਿਕ ਬਾਬੇ ਨੇ ਪ੍ਰਸ਼ਾਸਨ ਸਭ ਤੋਂ ਪਹਿਲਾਂ ਲਵੇ ਇਹਨਾਂ ਨੂੰ ਸ਼ਿਕੰਜੇ ਵਿੱਚ, ਕਿਉਂ ਪੁੱਠੀਆਂ ਸਿੱਧੀਆਂ ਸਲਾਹਾਂ ਦੇ ਕੇ ਤੇ ਲੋਕਾਂ ਤੋਂ ਬੇਅਦਬੀ ਇਸ ਤਰੀਕੇ ਦੀ ਕਰਵਾਉਂਦੇ ਆ? ਬਿਲਕੁਲ ਪ੍ਰਸ਼ਾਸਨ ਤੋਂ ਮੰਗ ਕੇ ਇਸੇ ਗੱਲ ਦੀ ਕਰੀ। ਅੱਜ ਸਾਰੇ ਤਹਿਸੀਲ ਸਿਵਲ ਪ੍ਰਸ਼ਾਸਨ ਵੀ ਪਹੁੰਚਿਆ ਸੀ, ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਸੀ। ਭਾਈ ਅਸੀਂ ਕਿੰਨਾ ਚਿਰ ਗੁਰੂ ਦੀ ਬੇਅਦਬੀ ਸਹਿੰਦੇ ਰਹਾਂਗੇ? 450 ਤੋਂ ਵੱਧ ਘਟਨਾ ਵਾਪਰ ਜਾਣੀ, ਸਾਡੇ ਹਿਰਦੇ ਬਲੂੰਦਰੇ ਪਏ ਨੇ। ਸਵੇਰ ਦਾ ਅੱਜ ਕੋਈ ਚੀਜ਼ ਚੰਗੀ ਨਹੀਂ ਲੱਗ ਰਹੀ ਵੀ ਖਾਨ ਸਾਡੀ ਕੌਮ ਨਾਲ ਬਣ ਕੇ ਗਿਆ ਏ। ਜੇ ਤਾਂ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਇਨਸਾਫ ਦੇ ਦੇਗਾ ਸਾਨੂੰ ਤੇ ਅਸੀਂ ਇਹਨਾਂ ਦਾ ਧੰਨਵਾਦ ਕਰਾਂਗੇ। ਦੋਸ਼ੀ ਸਾਹਮਣੇ ਲੋਕਾਂ ਦੇ ਆ ਜਾਣ, ਕੌਮ ਦੇ ਸਾਹਮਣੇ ਆ ਜਾਣ। ਨਹੀਂ ਤਾਂ ਭਰਾਵੋ ਸਾਡਾ ਹੁਣ ਸਬਰ ਦਾ ਬੰਦ ਬੜਾ ਚਿਰ ਵੱਜਿਆ ਨਹੀਂ ਟੁੱਟ ਜਾਏਗਾ। ਜੇ ਤਾਂ ਸਾਡੇ ਹੱਥ ਅੱਜ ਹੀ ਦੁਸ਼ਟ ਆ ਜਾਂਦਾ, ਅੱਜ ਹੀ ਗੱਡੀ ਚੜ੍ਹਾ ਦਿੰਦੇ, ਇੱਥੇ ਚੜ੍ਹਾ ਦੇਣਾ ਸੀ ਮੈਂ ਇਹਨੂੰ। ਫਿਰ ਹੁਣ ਉਹ ਗੱਲ ਰਹਿ ਗਈ ਪ੍ਰਸ਼ਾਸਨ ਦੀ, ਕਾਨੂੰਨ ਦੇ ਦਾਇਰੇ ਦੀ। ਇਹਨਾਂ ਕੋਲ ਸਾਰਾ ਪ੍ਰਬੰਧ ਵੀ ਆ, ਸਾਰਾ ਕੁਛ ਆ। ਸਾਡੀ ਤਾਂ ਘਟਨਾ ਲੁਧਿਆਣੇ ਵਾਪਰਦੀ ਆ, ਸਿੰਘਾਂ ਨੂੰ ਫਿਰੋਜ਼ਪੁਰ ਚੁੱਕਿਆ ਜਾਂਦਾ ਹੈ। ਫਿਰ 2 ਜਹਾਨ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ। ਇਹ ਕੱਲ੍ਹ ਇੱਕ ਪਿਛਲੇ ਦਿਨੀ ਇੱਥੇ ਨਰਿੰਦਰ ਮੋਦੀ ਆਇਆ ਇੱਥੇ ਫਿਰੋਜ਼ਪੁਰ, ਉਹਨੇ ਆਪਦੀ ਚੋਣ ਰੈਲੀ ਨੂੰ ਸੰਬੋਧਨ ਕਰਨ ਆਉਣਾ ਸੀ। ਕਿਤੇ ਕਿਸਾਨਾਂ ਨੇ ਧਰਨਾ ਲਾ ਕੇ ਤੇ ਉਹਨੂੰ ਰੋਕਿਆ ਗੱਡੀ ਨੂੰ, ਸਾਨੂੰ ਇਨਸਾਫ ਨਹੀਂ ਦਿੱਤਾ ਗਿਆ। ਫਿਰ CA 'ਚ ਦਿੱਲੀ ਵਿੱਚ ਸਪੈਸ਼ਲ ਫੋਰਸਾਂ ਬਣ ਗਈਆਂ ਨੇ ਤੇ ਸਾਰੀ ਉਹ ਗੱਲ ਸਿੱਖ ਕੌਮ ਤੇ ਮੜੀ ਜਾ ਰਹੀ ਆ। ਤੇ ਦੂਸਰੇ ਪਾਸੇ ਪੂਰੇ ਹਿੰਦੁਸਤਾਨ ਵਿੱਚ ਉਹਦੀ ਚਰਚਾ ਹੋ ਰਹੀ ਆ ਵੀ ਮੋਦੀ ਤੇ ਹਮਲਾ ਹੋ ਜਾਣਾ, ਮੋਦੀ ਤੇ ਹਮਲਾ ਹੋ ਜਾਣਾ ਸੀ। ਤੇ ਸਿੱਖਾਂ ਦੀ ਫੜੋ ਫੜਾਈ ਉਸ ਗੱਲ ਤੇ ਵੀ ਅੱਜ ਪਤਾ ਨਹੀਂ ਕੀ ਗੱਲ ਨੂੰ ਗੱਲ ਵਾਪਰਨੀ ਆ। ਇੱਕ ਬੰਦੇ ਦੀ ਸੁਰੱਖਿਆ ਵਾਸਤੇ ਨਵੀਆਂ ਫੋਰਸਾਂ ਬਣ ਗਈਆਂ ਨੇ। ਸਾਡਾ 2 ਜਹਾਨ ਦਾ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਕਿਨੂੰ ਕਲਗੀਧਰ ਪਾਤਸ਼ਾਹ ਨੇ ਪੂਰਾ ਸਰਬੰਸ ਵਾਰ ਕੇ ਤੇ ਇਸ ਹਿੰਦੁਸਤਾਨ ਨੂੰ ਜੀਵਨ ਜਾਨ ਦਿੱਤੀ ਆ। ਤੇ ਉਹ ਕਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਗੱਦੀ ਦੇ ਕੇ ਗਏ ਨੇ 1708 ਵਿੱਚ। ਉਸ ਗੁਰੂ ਦੀ ਬੇਅਦਬੀ ਹੋਵੇ ਤੇ ਇੱਥੋਂ ਦਾ ਪ੍ਰਸ਼ਾਸਨ, ਇੱਥੋਂ ਦੀ ਸਰਕਾਰਾਂ ਗੱਲ ਸੀਰੀਅਸ ਲੈਣੀ ਨਾ। ਕਿੰਨਾਂ ਨੇ ਦੇਸ਼ ਨੂੰ ਯਾਦ ਕਰਾਇਆ ਆਪਣੇ ਖੂਨ ਡੋਲ ਕੇ। ਉਹਨਾਂ ਧਰਤੀ ਦੇ ਦਰਿਆਵਾਂ ਦਾ ਖੂਨ ਨਹੀਂ ਵਗਦਾ, ਕਿੰਨਾ ਸਾਡੀ ਕੌਮ ਦਾ ਖੂਨ ਡੁੱਲਿਆ ਹੈ। ਤੇ ਅਸੀਂ ਇਸ ਗੱਲ ਨੂੰ ਕਦੀ ਵੀ ਬਰਦਾਸ਼ਤ ਨਹੀਂ ਕਰਾਂਗੇ। ਪ੍ਰਸ਼ਾਸਨ ਤੁਰੰਤ ਸਾਰੇ ਕੰਮ ਛੱਡ ਕੇ, ਮੈਂ ਅੱਗੇ ਵੀ ਕਿਹਾ, ਉੱਥੇ ਵੀ ਕਹਿ ਕੇ ਆਇਆ ਤੇ ਪਹਿਲਾਂ ਇਸ ਘਟਨਾ ਵੱਲ ਲੱਗੋ। ਜੇ ਨਾ ਲੱਗੋਗੇ ਭਰਾਵੋ ਤਾਂ ਕੱਲ੍ਹ ਨੂੰ ਸਾਡਾ ਕੋਈ ਵੱਡਾ ਇਕੱਠ ਕਰਕੇ ਸਾਨੂੰ ਹੋਰ ਪਾਸੇ ਨੂੰ ਗੱਲ ਜਾਣੀ ਪਊਗੀ। ਅੱਜ ਤੁਸੀਂ ਇੱਥੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਮਿਲੇ ਹੋ, SSP DSP ਦਫ਼ਤਰ ਦੇ ਵਿੱਚ ਪਹੁੰਚੇ ਹੋ। ਪੁਲਿਸ ਪ੍ਰਸ਼ਾਸਨ ਨੇ ਤੁਹਾਨੂੰ ਕੀ ਕਿਹਾ? ਉੱਥੇ ਹਰ ਇੱਕ ਅੱਡੇ ਦੇ ਉੱਪਰ CCTV ਕੈਮਰੇ ਲੱਗੇ ਹੋਏ ਆ, ਪਿੰਡਾਂ ਦੇ ਵਿੱਚ ਲੱਗੇ ਹੋਏ ਆ, ਮੋੜਾਂ ਦੇ ਉੱਪਰ ਲੱਗੇ ਹੋਏ ਆ।
ਤੁਹਾਨੂੰ ਕੀ ਉਹਨਾਂ ਨੇ ਯਕੀਨ ਦਿਵਾਇਆ ਵੀ ਅਸੀਂ ਉਹ ਦੁਸ਼ਟਾਂ ਨੂੰ ਪਕੜ ਕੇ ਤੇ ਉਹਨਾਂ ਦਾ ਰਿਮਾਂਡ ਲਾਂਗੇ, ਉਹਨਾਂ ਨੂੰ ਸਲਾਖਾਂ ਪਿੱਛੇ ਕਰਾਂਗੇ? ਐਸੀ ਕੀ ਗੱਲਬਾਤ ਅੰਦਰ ਹੋਈ ਹੈ ਤੁਹਾਡੀ? ਉਹਨਾਂ ਮੰਗਵਾਇਆ ਤਾਂ ਹੈ, ਸੀਏ ਦਾ ਇੰਚਾਰਜ ਵੀ ਆ ਗਿਆ, ਹੋਰ ਵੀ ਡੀਐਸਪੀ 2 ਲਾਏ, ਸਾਰੇ ਇੰਚਾਰਜ ਲਾਏ ਆ। ਫਿਰ ਅਰਦਾਸ ਕਰਕੇ ਨਾਲ ਸਿੰਘ ਭੇਜ ਕੇ ਗੁਟਕਾ ਸਾਹਿਬ ਗੋਂਦਵਾਲ ਸਾਹਿਬ ਪਹੁੰਚਾਇਆ ਹੈ। ਫਿਰ ਸਾਨੂੰ ਤਾਂ ਇਸ ਟਾਈਮ ਵਿਸ਼ਵਾਸ ਦਾ ਵੀ ਅਸੀਂ ਸਾਰੇ ਕੰਮ ਛੱਡ ਕੇ ਇਸੇ ਕੰਮ 'ਤੇ ਲੱਗਾਂਗੇ। ਹੁਣ DI ਨੇ ਵੀ ਗੱਲ ਹੋਈ, ਸਾਰੇ ਅਫਸਰਾਂ ਨਾਲ ਗੱਲ ਹੋ ਰਹੀ ਵਾਰ-ਵਾਰ ਵੀ ਇਸ ਘਟਨਾ ਨੂੰ ਦੋਸ਼ੀ ਫੜ ਲਓ, ਠੀਕ ਆ, ਨਹੀਂ ਤਾਂ ਸਾਡਾ ਹੁਣ ਸਬਰ ਦਾ ਬੰਦ ਨਹੀਂ ਵੱਜਿਆ ਰਹੇਗਾ। ਕੌਮ ਦਾ 450 ਤੋਂ ਵੱਧ ਹੀ ਬੇਅਦਬੀਆਂ ਵੇਖ ਚੁੱਕੇ ਹਾਂ 6-7 ਸਾਲ ਦੇ ਵਿੱਚ, ਤੇ ਇਸ ਤੋਂ ਵੱਧ ਅਸੀਂ ਨਹੀਂ ਵੇਖ ਸਕਦੇ। ਹੁਣ ਸਾਡਾ ਕੋਲ ਸਬਰ ਦਾ ਬੰਦ ਟੁੱਟਣ ਵਾਲਾ। ਇਹ ਭਾਈ ਲਖਬੀਰ ਸਿੰਘ ਜੀ, ਹਰ ਵਾਰ ਪ੍ਰਸ਼ਾਸਨ ਵੱਲੋਂ ਕਿਹਾ ਜਾਂਦਾ ਹੈ ਵੀ ਅਸੀਂ ਪੁਖਤਾ ਤਰੀਕੇ ਦੇ ਨਾਲ ਇੱਥੇ ਏਜੰਸੀਆਂ ਲਾਵਾਂਗੇ, ਇੱਥੇ ਟੀਮਾਂ ਲਾਵਾਂਗੇ, ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਆ ਸੀਨੀਅਰ ਅਫੀਸਰ ਨੇ ਉਹਨਾਂ ਦੀਆਂ ਡਿਊਟੀਆਂ ਲੱਗਣਗੀਆਂ, ਜਿਹੜੇ ਪਾਪੀ ਨੇ ਉਹਨਾਂ ਨੂੰ ਪਕੜ ਕੇ ਅਸੀਂ ਤੁਹਾਡੇ ਸਾਹਮਣੇ ਕਰ ਦਿਆਂਗੇ। ਬਹੁਤ ਵੱਡੇ ਵੱਡੇ ਯਕੀਨ ਜਿਹੜੇ ਆ ਉਹ ਕੌਮ ਨੂੰ ਦਿਵਾਏ ਜਾਂਦੇ ਆ ਤੇ ਸਿਰਫ ਉਹ ਯਕੀਨ ਗੱਲਾਂ ਦੇ ਵਿੱਚ ਹੀ ਰਹਿ ਜਾਂਦੇ ਆ। ਕੋਈ ਐਸਾ ਸਪਸ਼ਟ ਰੂਪ ਦੇ ਵਿੱਚ ਸਾਨੂੰ ਵੇਖਣ ਨੂੰ ਭਾਈ ਲਖਬੀਰ ਸਿੰਘ ਜੀ ਨਹੀਂ ਮਿਲਿਆ। ਜੇ ਅਸੀਂ ਗੱਲ ਕਰੀਏ ਪਿੱਛੇ ਜੀ ਵੀ ਇੱਕ ਬੇਅਦਬੀ ਜਿਵੇਂ ਅਜਨਾਲੇ ਦੇ ਕੋਲ ਵਾਪਰੀ, ਜਾਂ ਮਖੂ ਦੇ ਨੇੜੇ ਦਰਿਆ ਦੇ ਵਿੱਚ ਗੁਰਕੇ ਸਾਹਿਬ ਸਨ, ਜਾਂ ਪਿੱਛੇ ਹੋਰ ਮਸਲੇ ਸਨ, ਪਰ ਅਧਿਕਾਰੀ ਜਿਹੜੇ ਸਨ, ਪੁਲਿਸ ਮੁਲਾਜ਼ਮ ਸਨ, ਜਦੋਂ ਉਹਨਾਂ ਨੂੰ ਜਾ ਕੇ ਗੱਲਬਾਤ ਪੁੱਛ ਨਹੀਂ ਕੀਤੀ ਸਿੱਖ ਜਥੇਬੰਦੀਆਂ ਨੇ, ਉਹ ਅੱਗੋਂ ਕਹਿ ਦਿੰਦੇ ਸੀ ਵੀ ਸਾਡੇ ਥਾਣੇ ਦੇ ਵਿੱਚ ਮੁਲਾਜ਼ਮ ਹੀ ਨਹੀਂ ਹੈ, ਸਾਡੇ ਕੋਲ ਮੁਲਾਜ਼ਮ ਹੀ ਘੱਟ ਨੇ, ਸਾਰਿਆਂ ਦੀ ਡਿਊਟੀ ਲੱਗੀ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਉਣਾ। ਇਸ ਪ੍ਰਕਾਰ ਕਰਕੇ ਟਾਲ ਬਟੋਲਾ ਕਰਕੇ ਗੱਲ ਨੂੰ ਫਿਰ ਠੰਡੇ ਬਸਤੇ ਦੇ ਵਿੱਚ ਪਾਇਆ ਜਾਂਦਾ ਹੈ। ਅਸਲੀਅਤ ਜਿਹੜੀ ਹੈ ਸਾਹਮਣੇ ਕਿਉਂ ਨਹੀਂ ਲਿਆਂਦੀ ਜਾਂਦੀ? ਅੱਜ ਉਸ ਘਟਨਾ ਦੀ ਗੱਲ ਵੀ ਕਰੀ ਗਈ ਕਿਹੜੀ ਪਿਛਲੇ ਦਿਨੀ ਦਰਿਆ ਤੇ ਹਰੀਕੇ ਹੈਡ ਤੇ ਵਾਪਰੀ ਸੀ। ਅੱਜ ਵੀ ਗੱਲ ਕਹੀ ਪ੍ਰਸ਼ਾਸਨ ਨੂੰ ਵੀ ਤੁਸੀਂ ਉਦੋਂ ਵੀ ਮੌਕੇ ਤੇ ਪਹੁੰਚੇ ਸੀ, ਤੁਹਾਡੇ ਅਫਸਰਾਂ ਨੇ SHO ਨੇ ਗੱਲ ਨੂੰ ਟੋਲ ਮਟਾਲ ਕਰਕੇ ਸਿੱਖਾਂ ਨੂੰ ਇੱਕ ਭਰੋਸੇ ਲੈ ਕੇ ਇੱਕ ਅਖੰਡ ਪਾਠ ਸਾਹਿਬ ਕਰਾ ਕੇ ਉਹਨਾਂ ਕਰਾ ਕੇ ਪਰਿਵਾਰ ਤੋਂ ਉਦੋਂ ਬਾਅਦ ਪ੍ਰਸ਼ਾਸਨ ਉਸ ਬੇਅਦਬੀ ਵੱਲ ਵੇਂਦਾ ਨਹੀਂਗਾ ਵੀ ਅਸੀਂ ਇੱਦਾਂ ਨਹੀਂ ਵੀ ਤੁਸੀਂ ਆ ਜਾਓ ਇੱਥੇ ਤੇ ਸਾਨੂੰ ਚਾਹ ਦਾ ਕੱਪ ਪਿਆ ਕੇ ਤੇ ਵਿਸ਼ਵਾਸ ਦਵਾ ਦਿਓ ਤੇ ਅਸੀਂ ਕਰਾਂਗੇ। ਇਹ ਗੱਲ ਹੁਣ ਅੱਗੇ ਨਹੀਂ ਹੋਵੇਗੀ ਤਾਂ ਅਸੀਂ ਨਾ ਹੀ ਗੱਲ ਨੂੰ ਹੋਣ ਦਿਆਂਗੇ। ਪਹਿਲਾਂ ਉਹ ਬੇਅਦਬੀ ਤੇ ਵੀ ਇਨਸਾਫ ਤੇ ਜਿਹੜੀ ਅੱਜ ਦੀ ਸਾਰੀ ਇਨਕੁਆਇਰੀ ਦੁਬਾਰਾ ਖੋਲ੍ਹੀ ਜਾਵੇ ਤੇ ਉਹਨਾਂ ਸਾਨੂੰ ਇਹ ਗੱਲ ਦਾ ਵਿਸ਼ਵਾਸ ਦਵਾਇਆ ਹੈ। ਜੇ ਉਹ ਕਰਨਗੇ ਠੀਕ ਹਨ, ਜੇ ਪਰ ਸਾਰੀ ਸਿੱਖ ਕੌਮ ਨੂੰ ਇਕੱਠਾ ਕਰਕੇ ਅੱਜ ਤਾਂ ਸਿੱਖ ਕੌਮ ਗਈ ਹੋਈ ਚੰਡੀਗੜ੍ਹ ਸਾਰੇ ਗਵਰਨਰ ਨੂੰ ਮਿਲਣ, ਸਾਰੇ ਜਥੇਬੰਦੀਆਂ ਨੇ ਵਿਚਾਰ ਕਰਕੇ ਫਿਰ ਵੱਡਾ ਪ੍ਰੋਗਰਾਮ ਇੱਥੇ ਜੀਰੇ 'ਚ ਰੱਖਿਆ ਜਾਊਗਾ। ਇਹ ਮੁਲਾਜ਼ਮਾਂ ਵੱਲੋਂ ਤੁਹਾਨੂੰ ਕਿਹਾ ਗਿਆ ਵੀ ਕਿੰਨੇ ਦਿਨਾਂ ਦੇ ਵਿੱਚ ਅਸੀਂ ਜਿਹੜੇ ਆ ਦੁਸ਼ਟ ਪਾਪੀ ਤੁਹਾਡੀ ਕਚਹਿਰੀ ਦੇ ਵਿੱਚ ਲੈ ਕੇ ਆਵਾਂਗੇ, ਜਾਂ ਸਿਰਫ ਇਹੀ ਕਹਿ ਦਿੱਤਾ ਗਿਆ ਵੀ ਕੋਈ ਗੱਲ ਨਹੀਂ ਅਸੀਂ ਕਾਰਵਾਈ ਉਹਨਾਂ ਤੇ ਕਰਾਂਗੇ? ਉਹਨਾਂ ਨੇ ਕਿਹਾ ਵੀ ਅੱਜ ਸ਼ਾਮ ਤੱਕ ਅਸੀਂ ਤੁਹਾਨੂੰ ਕੋਈ ਰਿਜ਼ਲਟ ਦਿਆਂਗੇ। ਸਿੰਘ ਨਾਲ ਸੀ ਸਾਰਿਆਂ ਨੂੰ ਕਿਹਾ ਵੀ ਅਸੀਂ ਸਾਰੇ ਅਫਸਰਾਂ ਨੂੰ ਕਹਿ ਤਾ ਵੀ ਪਹਿਲਾਂ ਸਾਰਾ ਕੰਮ ਛੱਡ ਕੇ ਇਸ ਪਾਸੇ ਲੱਗੋ। ਠੀਕ ਹੈ, ਇੱਕ ਵਾਰੀ ਸਾਨੂੰ ਵਿਸ਼ਵਾਸ ਦਵਾਇਆ, ਫਿਰ ਅਸੀਂ ਅੱਜ ਉਹਨਾਂ ਨੇ ਵਿਸ਼ਵਾਸ ਤੋਂ ਬਾਅਦ ਸਾਡੀ ਕੌਮ ਵੀ ਸਾਰੀ ਅੱਜ ਚੰਡੀਗੜ੍ਹ ਗਈ ਹੋਈ ਆ ਤੇ ਚੰਡੀਗੜ੍ਹ ਕੱਲ੍ਹ ਤੱਕ ਕੌਮ ਵੀ ਆ ਜਾਊਗੀ, ਸਾਰੀ ਕੌਮ ਨਾਲ ਵਿਚਾਰ ਕਰਕੇ ਫਿਰ ਅਗਲਾ ਵੱਡਾ ਪ੍ਰੋਗਰਾਮ ਦਿੱਤਾ ਜਾਊਗਾ। ਬਿਲਕੁਲ ਭਾਈ ਲਖਬੀਰ ਸਿੰਘ ਜੀ, ਤੁਹਾਡੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ। ਬਹੁਤ ਵਧੀਆ ਤੁਸੀਂ ਪੱਖ ਰੱਖਿਆ। ਹੋਰ ਬਹੁਤ ਜਿਹੜੇ ਸਿੰਘ ਨੇ ਚੜ੍ਹਦੀ ਕਲਾ ਵਾਲੇ ਜਥੇਬੰਦੀਆਂ ਦੇ ਸਿੰਘ ਨੇ ਜਿਹੜੇ ਹਮੇਸ਼ਾ ਹੀ ਤਤਪਰ ਰਹਿੰਦੇ ਨੇ, ਐਸੀ ਘਟਨਾ ਨੂੰ ਅੰਜਾਮ ਦੇਣ ਵਾਲੇ ਦੁਸ਼ਟ ਪਾਪੀਆਂ ਤੱਕ ਪਹੁੰਚਣ ਦਾ ਵੀ ਯਤਨ ਕਰਦੇ ਆ ਤੇ ਉਸ ਘਟਨਾ ਤੇ ਉਸ ਮੌਕੇ ਦੇ ਉੱਪਰ ਵੀ ਸਿੰਘ ਜਿਹੜੇ ਆ ਪਹੁੰਚਦੇ ਆ। ਹੁਣ ਗੱਲ ਇੱਥੇ ਦਰਸ਼ਕੋ ਇਹ ਵੀ ਸੋਚਣ ਵਾਲੀ ਹੈ ਵੀ ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਦਾ ਇੱਕ ਗੁਟਕਾ ਸਾਹਿਬ ਜਿਹੜਾ ਹੋਵੇ ਤੇ ਕਿਸੇ ਤਾਂਤਰਿਕ ਬਾਬੇ ਵੱਲੋਂ ਹੀ ਭਾਵੇਂ ਕਿਹਾ ਹੋਵੇ ਵੀ ਉੱਥੇ ਲੱਡੂ ਉਹਦੇ ਨਾਲ ਰੱਖ ਕੇ ਤੇ ਚੌਂਕ ਦੇ ਵਿੱਚ ਰੱਖ ਦਿਓ, ਪਰ ਕਿੱਡੀ ਘਟੀਆ ਕਰਤੂਤ ਹੈ, ਉਹਦਾ ਦਿਮਾਗ ਕਿੱਡਾ ਕੁ ਖਰਾਬ ਹੋ ਗਿਆ ਹੋਵੇਗਾ ਵੀ ਜਿਸ ਦੁਸ਼ਟ ਪਾਪੀ ਨੇ ਉਸ ਗੁਟਕਾ ਸਾਹਿਬ ਦੇ ਅੰਗਾਂ ਨੂੰ ਪਾੜ ਕੇ 17 ਅੰਗ ਜਿਹੜੇ ਆ ਅਗਲੇ ਪਾਸੋਂ ਫਾੜੇ ਆ ਤੇ ਕੁਝ ਪਿਛਲੇ ਪਾਸੋਂ ਫਾੜੇ ਆ ਤੇ ਵਿੱਚ ਲੱਡੂ ਰੱਖ ਕੇ ਤੇ ਚੌਂਕ ਦੇ ਵਿੱਚ ਰੱਖ ਦੇਣਾ। ਇਹੋ ਜਿਹੇ ਦੁਸ਼ਟ ਪਾਪੀ ਜੇ ਮਿਲ ਜਾਂਦੇ ਆ, ਕੌਮ ਦਾ ਵੀ ਕਹਿਣਾ ਤੇ ਮੈਂ ਨਿੱਜੀ ਕਹਿਣਾ ਵੀ ਇਹੋ ਜਿਹੇ ਦੁਸ਼ਟ ਪਾਪੀਆਂ ਨੂੰ ਚੌਂਕ 'ਚ ਖਿਲਾਰ ਕੇ ਹੀ ਗੋਲੀ ਮਾਰ ਦੇਣੀ ਚਾਹੀਦੀ, ਉਹਨਾਂ ਦੀ ਸਜ਼ਾ ਉੱਥੇ ਹੀ ਦੇ ਦੇਣੀ ਚਾਹੀਦੀ ਹੈ। ਜੇ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂਆਂ ਨੇ ਸਿੰਘੂ ਬਾਰਡਰ ਦਿੱਲੀ ਦੇ ਉੱਪਰ ਲਖਬੀਰ ਟੀਟੂ ਨੂੰ ਜੇ ਬਣਦੀ ਸਜ਼ਾ ਦਿੱਤੀ ਤੇ ਇੱਥੇ ਸਵਾਲ ਬੜੇ ਖੜੇ ਹੋ ਗਏ ਸੀ ਵੀ ਕਾਨੂੰਨ ਇਹਨਾਂ ਨੇ ਹੱਥ ਦੇ ਵਿੱਚ ਲੈ ਲਿਆ। ਇਹ ਪੰਥ ਹਮੇਸ਼ਾ ਹੀ ਪੰਥਕ ਰਵਾਇਤਾਂ ਅਨੁਸਾਰ ਸਜ਼ਾ ਦਿੰਦਾ ਰਿਹਾ ਹੈ ਜਿਹੜੇ ਐਸੇ ਦੁਸ਼ਟ ਗੁਰੂ ਘਰ ਤੇ ਗੁਰੂ ਸਾਹਿਬ ਦੇ ਉੱਪਰ ਚੜ੍ਹ ਕੇ ਆਉਂਦੇ ਰਹੇ ਆ, ਪਰ ਅੱਜ ਇਹਨਾਂ ਦੇ ਹੌਸਲੇ ਇੰਨੇ ਕੁ ਬੁਲੰਦ ਹੋ ਗਏ ਨੇ ਵੀ ਜਿਹੜੇ ਜਿਵੇਂ ਜੀ ਕਰਦਾ ਉਹਨਾਂ ਦਾ ਉਵੇਂ ਕਰਦੇ ਆ। ਇਹ ਉਹ ਧਰਤੀ ਹੈ ਜਿੱਥੇ ਗੁਰੂ ਸਾਹਿਬਾਨਾਂ ਦਾ 10 ਗੁਰੂ ਸਾਹਿਬਾਨਾਂ ਦਾ ਜੀਵਨ ਸਭ ਤੋਂ ਜ਼ਿਆਦਾ ਬਤੀਤ ਹੋਇਆ, ਜਿਨ੍ਹਾਂ ਦੇ ਇੱਥੇ ਜਨਮ ਹੋਏ ਨੇ ਗੁਰੂ ਸਾਹਿਬਾਂ। ਇਹ ਜਨਮ ਭੂਮੀ ਹੈ ਸਿੱਖਾਂ ਦੀ ਤੇ ਕਿਤੇ ਨਾ ਕਿਤੇ ਏਜੰਸੀਆਂ ਦੀ ਐਸੀ ਵੀ ਚਾਲ ਹੈ ਵੀ ਜਨਮ ਭੂਮੀ ਨੂੰ ਹੀ ਖਤਰੇ ਵਿੱਚ ਕਰ ਦਿਓ ਤੇ ਬਾਕੀ ਜਿਹੜਾ ਸਾਨੂੰ ਕੰਮ ਸੌਖਾ ਹੋ ਜਾਏਗਾ। ਇਹ ਕਦੀ ਵੀ ਇਹ ਨਾ ਸੋਚਿਆ ਜੇ ਵੀ ਅਸੀਂ ਇਹ ਜਨਮ ਭੂਮੀ ਨੂੰ ਕਮਜ਼ੋਰ ਕਰ ਲਾਂਗੇ, ਸਿੱਖਾਂ ਨੂੰ ਕਮਜ਼ੋਰ ਕਰ ਲਾਂਗੇ। ਕਦੀ ਵੀ ਸਿੱਖੀ ਕਮਜ਼ੋਰ ਹੋਣ ਵਾਲੀ ਨਹੀਂ, ਸਿੱਖ ਤੁਹਾਡੇ ਕਲਾਵੇ ਦੇ ਵਿੱਚ ਕਦੀ ਵੀ ਆਉਣ ਵਾਲੇ ਨਹੀਂ ਹੈ। ਪਰ ਹੁਣ ਤੱਕ ਪ੍ਰਸ਼ਾਸਨ ਦੇ ਉੱਪਰ ਭਰੋਸਾ ਕਰਦਾ ਰਿਹਾ ਖਾਲਸਾ ਪੰਥ ਤੇ ਜਦੋਂ ਸਿਰੋਂ ਪਾਣੀ ਲੰਘਦਾ ਦਿਸਿਆ ਤੇ ਹੁਣ ਬਣਦੀ ਸਜ਼ਾ ਜਿਹੜੀ ਪੰਥਕ ਰਵਾਇਤਾਂ ਅਨੁਸਾਰ ਦਿੱਤੀ ਜਾ ਰਹੀ ਹੈ
ਤੇ ਇਹੋ ਜਿਹੇ ਦੁਸ਼ਟ ਪਾਪੀਆਂ ਨੂੰ ਵੀ ਨੱਥ ਪਾਉਣੀ ਚਾਹੀਦੀ ਹੈ, ਜਿਹੜੇ ਲੋਕਾਂ ਨੂੰ, ਭੋਲੇ ਭਾਲੇ ਲੋਕਾਂ ਨੂੰ ਵੀ ਗੁੰਮਰਾਹ ਕਰਕੇ ਆਪਣੇ ਕਲਾਵੇ ਦੇ ਵਿੱਚ ਲੈ ਲੈਂਦੇ ਆ। ਭਾਈ ਸਾਹਿਬ ਜੀ, ਕੀ ਕਹਿਣਾ ਚਾਹੋਗੇ ਦੰਭੀਆਂ ਪਖੰਡੀਆਂ ਦੇ ਬਾਰੇ? ਆਪਣੇ ਛੇਵਾਂ ਦਰਿਆ ਜਿਹੜਾ ਉਹ ਪਖੰਡੀਆਂ ਦਾ ਹੀ ਤੁਰ ਰਿਹਾ, ਤੇ ਕਿਤੇ ਨਾ ਕਿਤੇ ਐਸਾ ਤਾਂ ਨਹੀਂ ਹੈ ਪਖੰਡੀਆਂ ਦੇ ਕਰਕੇ ਬੇਅਦਬੀਆਂ ਨੂੰ ਅੰਜਾਮ ਦਿੱਤਾ ਜਾ ਰਿਹਾ? ਹਾਂਜੀ, ਇਹ ਵੀ ਬਹੁਤ ਇੱਕ ਜਿਹੜਾ ਚਿੰਤਾ ਦਾ ਵਿਸ਼ਾ ਵਾ ਜੀ, ਜਿਹੜਾ ਕਿਉਂਕਿ ਜਿੱਥੇ ਆਪਾਂ ਨਸ਼ਿਆਂ ਦਾ ਛੇਵਾਂ ਦਰਵਾ ਕਹਿੰਦੇ ਸੀ ਜੀ, ਇਹ ਵੀ ਇੱਕ ਜਿਹੜਾ ਦੰਭੀਆਂ ਪਖੰਡੀਆਂ ਵੱਲੋਂ ਜਾਂ ਤਾਂਤਰਿਕਾਂ ਵੱਲੋਂ ਬਹੁਤ ਸਾਡੇ ਜਿਹੜੇ ਪਿੰਡਾਂ ਦੇ ਭੋਲੇ ਭਾਲੇ ਲੋਕ ਨੇ ਜੀ, ਉਹ ਕਿਸੇ ਤਰ੍ਹਾਂ ਦੇ ਕੋਈ ਕੰਮਕਾਰ ਨਹੀਂ ਹੁੰਦੀ, ਰੁਕਾਵਟ ਆ ਗਈ ਜਾਂ ਕਿਵੇਂ ਹੋ ਗਿਆ, ਉਹ ਇਹਨਾਂ ਦੇ ਇੱਕ ਦੂਜੇ ਨੂੰ 10 ਪੁੱਛ ਕੇ ਉਹਨਾਂ ਤੱਕ ਪਹੁੰਚ ਜਾਂਦੇ ਨੇ। ਤੇ ਉਹ ਵੀ ਉਹ ਕਾਫੀ ਤੱਕ ਹੱਦ ਤੱਕ ਇਹਨਾਂ ਚੀਜ਼ਾਂ ਤੱਕ ਉਹ ਜਿਹੜੇ ਨੇ ਸੜਕਾਂ ਦੇ ਉੱਤੇ, ਚਰਸਤਿਆਂ ਦੇ ਉੱਤੇ ਜਾਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਉਹ ਕਹਿ ਕੇ ਆਪਾਂ ਢਾਲੇ ਲਵਾਉਣੇ ਕਹਿ ਦਈਏ ਜਾਂ ਕਿਵੇਂ ਜੋ ਤੰਤਰਾਂ ਮੰਤਰਾਂ ਕਰਕੇ ਇਸ ਪਾਸੇ ਉਹ ਲੋਕਾਂ ਨੂੰ ਭੋਲੇ ਭਾਲੇ ਲੋਕਾਂ ਲਾਉਂਦੇ ਨੇ। ਦੂਸਰਾ ਜਿਹੜਾ ਮੈਂ ਇਹਦਾ ਪੱਖ ਲੈਣਾ, ਜਿਵੇਂ ਤੁਸੀਂ ਕਿਹਾ ਵੀ ਜੋ ਦਿੱਲੀ ਤੋਂ ਰਵਾਇਤ ਬਾਬਾ ਰਾਜਾ ਰਾਜ ਸਿੰਘ ਉਹਨਾਂ ਨੇ, ਨਿਹੰਗ ਸਿੰਘਾਂ ਨੇ ਤੋਰੀ, ਉਹ ਇੱਕ ਬਹੁਤ ਇੱਕ ਵੱਡੀ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਸੀ, ਤਾਂ ਕਿ ਪਿਛਲੇ ਸਮੇਂ ਤੋਂ ਅਸੀਂ ਬੜਾ ਕੁਝ ਸਰਕਾਰ ਜਿਹੜੀਆਂ ਸਹਿੰਦੇ ਤੁਰੇ ਆਉਂਦੇ ਸੀ ਕਿ ਬੇਅਦਬੀਆਂ ਦਾ ਸਾਨੂੰ ਕਿਤੇ ਇਨਸਾਫ ਨਹੀਂ ਮਿਲਦਾ ਸੀ। ਜਦੋਂ ਅਸੀਂ ਜੇ ਉਹਨਾਂ ਨੇ ਇਨਸਾਫ ਲੈ ਲਿਆ ਤੇ ਫਿਰ ਸਾਡੇ ਲੋਕਾਂ ਨੇ ਰੌਲਾ ਸਰਕਾਰਾਂ ਨੇ ਪਾਉਣਾ ਸ਼ੁਰੂ ਵੀ ਕਾਨੂੰਨ ਆਪਦੇ ਹੱਥ ਵਿੱਚ ਲੈਂਦੇ ਨੇ। ਇਸੇ ਚੀਜ਼ ਨੂੰ ਦਬਾਉਣ ਦੀ ਖਾਤਰ ਜਿਹੜਾ ਸੀ, ਕਿਉਂਕਿ ਬਾਬਾ ਰਾਜ ਸਿੰਘ ਉਹਨਾਂ ਨੇ ਉੱਥੇ ਇੱਕ ਅਪੀਲ ਵੀ ਕੀਤੀ ਸੀ ਕਿ ਪਿੰਡਾਂ ਦੇ ਵਿੱਚ ਜਿਹੜੀਆਂ ਕਮੇਟੀਆਂ ਨੇ ਜਾਂ ਗ੍ਰੰਥੀ ਸਿੰਘ ਨੇ ਉਹ ਅਵੇਅਰ ਹੋਣ, ਤਾਂ ਕਿ ਉੱਥੇ ਜੇ ਭਾਵੇਂ ਦਿਨੇ ਪਹਿਰੇ ਰੱਖਣ, ਭਾਵੇਂ ਲੱਗੇ ਨੇ ਕੈਮਰੇ, ਪਰ ਕਾਫੀ ਹੱਦ ਤੱਕ ਜਿਹੜਾ 90% ਤੱਕ ਉਹ ਲੋਕ ਅਵੇਅਰ ਨਹੀਂ ਹੋਏ। ਪਿੰਡਾਂ ਦੇ ਵਿੱਚ ਉਵੇਂ ਨਾ ਕਿਤੇ ਪਹਿਰੇ ਲੱਗਦੇ, ਨਾ ਉਹ ਦਿਨਾਂ ਦੇ ਉੱਤੇ ਕੋਈ ਬੰਦਾ ਹੁੰਦਾ ਉੱਥੇ। ਮੇਰੀ ਗੱਲ ਵੀ ਹੋਈ ਬਾਬਾ ਰਾਜਾ ਰਾਜ ਸਿੰਘ ਨਾਲ, ਕਾਫੀ ਗ੍ਰੰਥੀਆਂ ਨੇ ਬੜੇ ਉੱਥੇ ਕਿੰਤੂ ਪਰੰਤੂ ਕੀਤੇ ਜੀ, ਉਹਨਾਂ ਨੇ ਆਹ ਕਹਿ ਦਿੱਤਾ ਵਾ, ਪਰ ਉਹਨਾਂ ਦਾ ਇਹ ਭਾਵ ਨਹੀਂ ਸੀ ਕਹਿੰਦਾ ਵੀ ਗ੍ਰੰਥੀਆਂ ਨਹੀਂ, ਪਰ ਕਿਤੇ ਨਾ ਕਿਤੇ ਜਿੱਥੇ ਗ੍ਰੰਥੀਆਂ ਨੂੰ ਉਹਨੇ ਅਵੇਅਰ ਕੀਤਾ ਸੀ ਇੱਕ, ਤਾਂ ਕਿ ਉਹ ਅਵੇਅਰ ਹੋਣ। ਦੂਸਰੀ ਗੱਲ, ਜਿਵੇਂ ਆ ਚੋਣ ਜਿਹੜੇ ਨੇ ਐਲਾਨ ਜਿਹੜੀ ਤਰੀਕ ਹੋ ਗਈ ਆ, ਐਲਾਨ ਹੋ ਗਏ ਨੇ, ਹਾਂਜੀ 14 ਫਰਵਰੀ ਨੂੰ ਹੋ ਗਈ ਆ, ਇਹਦਾ ਕਰਕੇ ਵੀ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਕਾਫੀ ਜਿਹੜੇ ਆਪਣੇ ਸਿੰਘਾਂ ਨੇ ਇਹ ਤੇ ਚਿੰਤਾ ਵੀ ਪ੍ਰਗਟ ਕੀਤੀ ਸੀ ਵੀ ਇਹ ਜਿਹੜਾ ਇਲੈਕਸ਼ਨਾਂ ਨੂੰ ਲੈ ਕੇ ਵੀ ਜਿਹੜੇ ਸਿਆਸੀ ਲੋਕ ਨੇ ਇਹ ਕਿਸੇ ਹੱਦ ਤੱਕ ਵੀ ਗਿਰੀਆਂ ਹਰਕਤਾਂ ਕਰਵਾ ਸਕਦੇ ਨੇ। ਮੈਨੂੰ ਇਹ ਵੀ ਡਾਊਟ ਹੈ ਕਿ ਕਿਤੇ ਨਾ ਕਿਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜਿਹੜੀਆਂ ਇਹੋ ਜਿਹੀਆਂ ਹਰਕਤਾਂ ਨੇ ਇਹ ਸਿਆਸੀ ਲੋਕ ਜਿਹੜੇ ਨੇ ਇਹ ਕਰਵਾ ਸਕਦੇ ਨੇ। ਇਸ ਲਈ ਸਾਨੂੰ ਇਹਨਾਂ ਚੀਜ਼ਾਂ ਨੂੰ, ਇਹ ਪੱਖ ਨੂੰ ਵੀ ਸਾਨੂੰ ਜ਼ਰੂਰੀ ਅੱਗੇ ਰੱਖਣਾ ਪਵੇਗਾ, ਸਾਨੂੰ ਅਵੇਅਰ ਹੋਣਾ ਪਵੇਗਾ, ਤਾਂ ਕਿ ਅੱਗੇ ਤੋਂ ਕੋਈ ਇਹੋ ਜਿਹੀ ਘਟਨਾ ਜਿਹੜੀ ਉਹ ਨਾ ਵਾਪਰੇ। ਬਿਲਕੁਲ ਜੀ, ਬਹੁਤ ਵਧੀਆ ਗੱਲ, ਤੁਸੀਂ ਥੋੜੇ ਲਫ਼ਜ਼ਾਂ ਦੇ ਵਿੱਚ ਬਹੁਤ ਕੁਝ ਕਹਿ ਦਿੱਤਾ। ਇੱਕ ਨੂਰ ਜਥੇਬੰਦੀ ਦੇ ਆਗੂ ਨੇ ਭਾਈ ਲਖਬੀਰ ਸਿੰਘ ਜੀ ਨੇ ਇਸੇ ਮੁੱਦੇ ਦੇ ਉੱਪਰ ਹੀ ਕੀ ਕਹਿਣਾ ਚਾਹੁੰਦੇ ਹੋ ਭਾਈ ਲਖਬੀਰ ਸਿੰਘ ਜੀ? ਜਿਵੇਂ ਬੇਅਦਬੀਆਂ ਆ ਰਹੀਆਂ, ਇਨਸਾਫ ਮਿਲ ਕਿਉਂ ਨਹੀਂ ਰਿਹਾ? ਕਾਰਨ ਕੀ ਹੈ? ਪੁਲਿਸ ਪ੍ਰਸ਼ਾਸਨ ਕਹਿੰਦਾ ਵੀ ਸਾਨੂੰ ਦੱਸੋ ਅਸੀਂ ਕਾਹਦੇ ਵਾਸਤੇ, ਸਾਡੀਆਂ ਡਿਊਟੀਆਂ, ਅਸੀਂ ਸਮਾਜ ਦੀ ਸੇਵਾ ਕਰਦੇ ਹਾਂ, ਸੇਵਾਦਾਰ ਹਾਂ, ਤੇ ਤੁਸੀਂ ਆਪਣੇ ਹੱਥਾਂ ਦੇ ਵਿੱਚ ਕਾਨੂੰਨ ਨਾ ਲਾਓ। ਤੇ ਜਦੋਂ ਐਸਾ ਕੁਝ ਹੋ ਜਾਏਗਾ ਫਿਰ ਕਾਨੂੰਨ ਜਾਏਗਾ ਕਿੱਧਰ? ਕਾਨੂੰਨ ਭਾਈ ਸਾਹਿਬ ਗੱਲ ਇਸ ਤਰ੍ਹਾਂ ਵੀ ਕਾਨੂੰਨ ਜੇ ਆਪਾਂ ਵੇਖੀਏ ਕਿੰਨੇ ਚਿਰ ਦੀਆਂ ਬੇਅਦਬੀਆਂ ਹੋ ਰਹੀਆਂ ਨੇ। ਆਪਾਂ ਪੁਲਿਸ ਆਉਂਦੀ ਏ, ਹੁਣ ਵੀ ਆਈ ਏ, ਗੁਰਕਾ ਸਾਹਿਬ ਲੇਟਿਆ, ਗੋਇੰਦਵਾਲ ਸਾਹਿਬ ਛੱਡਿਓ, ਤੇ ਸਾਨੂੰ ਕਹਿ ਦਿੱਤਾ ਜੀ ਅਸੀਂ ਕਾਰਵਾਈ ਕਰਾਂਗੇ, ਤੇ ਹੋਣਾ ਕੁਝ ਵੀ ਨਹੀਂ। ਕਿੰਨੀਆਂ ਸਰਕਾਰਾਂ ਆਈਆਂ, ਸਾਰੀਆਂ ਹੀ ਫੇਲ ਹੋਈਆਂ ਨੇ। ਬੇਅਦਬੀ ਦੇ ਨਾਂ ਤੇ ਸਭ ਵੋਟਾਂ ਲੈ ਗਈਆਂ, ਕਾਂਗਰਸ ਸਰਕਾਰ ਬਣੀ, ਬੇਅਦਬੀ ਦੇ ਨਾਂ ਤੇ ਬਣੀ ਨਾ, ਸਹੁੰ ਚੁੱਕ ਕੇ ਬਣੀ, ਕੈਪਟਨ ਨੇ ਸਹੁੰ ਚੱਕੀ ਮੈਂ ਬੇਅਦਬੀ ਦਾ ਇਨਸਾਫ ਦਿਆਂਗਾ, ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ। ਦੂਜੀ ਗੱਲ, ਜਿੰਨੇ ਆਪਣੇ ਤਾਂਤਰਿਕ ਬਾਬੇ ਨੇ, ਕਿਸੇ ਨੂੰ ਮੁੰਡੇ ਵੰਡੀ ਜਾਂਦੇ ਨੇ, ਕਿਸੇ ਨੂੰ ਕਿਸੇ ਹੜ੍ਹ ਆਇਆ ਹੋਇਆ, ਇਹਨਾਂ ਤੇ ਕੋਈ ਵੀ ਸਕੰਜਾ ਜਿਹੜਾ ਨਹੀਂ ਕੱਸਿਆ ਜਾ ਰਿਹਾ। ਪ੍ਰਸ਼ਾਸਨ ਨੂੰ ਚਾਹੀਦਾ ਸਕੰਜਾ ਕੱਸਣੇ ਸਾਧਾਂ ਤੋਂ ਇਹਨਾਂ ਨੂੰ ਫੜਨ, ਇਹ ਦੱਸਣ ਵੀ ਜਿਹੜੇ ਆ ਲੱਡੂ ਰੱਖੇ ਗਏ ਨੇ, ਹੁਣ ਵੀ ਗੁਟਕਾ ਸਾਹਿਬ ਦੇ ਨਾਲ ਲੱਡੂ ਰੱਖਦੇ ਤੇ 10 ਰੁਪਏ ਰੱਖੇ ਨੇ, ਇਹ ਤਾਂਤਰਿਕ ਬਾਬੇ ਦਾ ਕੰਮ ਹੈ। ਤੇ ਇਹਨਾਂ ਸਕੰਜਾ ਜਿਹੜਾ ਉਹ ਕੱਸਣਾ ਚਾਹੀਦਾ, ਇਹ ਬੇਅਦਬੀਆਂ ਫਿਰ ਹੀ ਰੁਕਣਗੀਆਂ। ਹਾਂ, ਜਾਂ ਇਹ ਤਾਂਤਰਿਕ ਬਾਬੇ ਦੀ ਗੱਲ ਹੋ ਸਕਦੀ ਹੈ ਸਿੰਘ ਸਾਹਿਬ ਜੀ, ਜਾਂ ਇਹ ਕਿਸੇ ਚਾਤਰ ਦਿਮਾਗ ਦੀ ਗੱਲ ਹੋ ਸਕਦੀ ਹੈ? ਕੋਈ ਚਾਤਰ ਬੰਦਾ ਵੀ ਐਸਾ ਕਹਿ ਸਕਦਾ ਹੈ ਵੀ ਕੋਈ ਸਿੱਖੇ ਸਮਝਣ ਵੀ ਇੱਥੇ ਕੋਈ ਟੂਣਾ ਕਰ ਗਿਆ ਜਾਂ ਢਾਲਾ ਲਾ ਗਿਆ, ਇਸ ਪ੍ਰਕਾਰ ਦੀ ਕੋਈ ਸਮੱਸਿਆ ਵੀ ਲੋਕਾਂ ਦੇ ਅੰਦਰ ਜਿਹੜਾ ਇਹ ਭਰਮ ਇਸ ਤਰੀਕੇ ਦਾ ਫੈਲਾ ਦਿਓ। ਇਹ ਤੁਹਾਨੂੰ ਲੱਗਦਾ ਵੀ ਬਾਬੇ ਦੀ ਵੀ ਅਸੀਂ ਉਹਦੇ ਤੇ ਵੀ ਕਟਾਕਸ਼ ਕਰਦੇ ਹਾਂ, ਤਾਂਤਰਿਕ ਤੇ ਵੀ, ਤੇ ਕਿਸੇ ਚਾਤਰ ਦਿਮਾਗ ਦੀ ਵੀ ਇਹ ਸ਼ਰਾਰਤ ਹੋ ਸਕਦੀ ਹੈ? ਵੇਖੋ ਜੀ, ਇਹ ਦੋਵੇਂ ਹੋ ਸਕਦੇ ਆ ਜੀ। ਹਾਂ, ਇਹ ਆਪਾਂ ਉਹਨਾਂ ਨੂੰ ਵੀ ਸੱਚੇ ਨਹੀਂ ਕਹਿ ਸਕਦੇ ਵੀ ਉਹਨਾਂ ਦੇ ਕੋਈ ਚਾਲ ਨਹੀਂ ਤਾਂਤਰਿਕਾਂ ਦੀ, ਤੇ ਜਿਹੜੇ ਚਾਦਰ ਬੰਦੇ ਨੇ ਉਹਨਾਂ ਦਾ ਕੰਮ ਕਰਨਾ ਹੀ ਕਰਨਾ ਹੈ, ਕਰਨਾ ਹੀ ਕਰਨਾ, ਠੀਕ ਹੈ ਜੀ। ਤੇ ਬਾਕੀ ਦੋਵਾਂ ਦੀ ਲੜਾਈ ਭੁਗਤਾ ਅੱਜ ਤੱਕ ਕੋਈ ਸਾਨੂੰ ਇਨਸਾਫ ਨਹੀਂ ਮਿਲਿਆ, ਤੇ ਨਾ ਹੀ ਅਸੀਂ ਸਰਕਾਰਾਂ ਤੋਂ, ਪ੍ਰਸ਼ਾਸਨ ਤੋਂ ਉਮੀਦ ਰੱਖਦੇ ਹਾਂ। ਤੇ ਜਦੋਂ ਵੀ ਕੋਈ ਫੜਿਆ ਜਾਵੇ ਉਹਨੂੰ ਸੌਦਾ ਉੱਥੇ ਲਾ ਦਿਓ, ਤੇ ਜੇ ਕਿਸੇ ਨੇ ਸੌਦਾ, ਗ੍ਰੰਥੀ ਸਿੰਘ ਨੇ ਗੁਰਦਾਸਪੁਰ 'ਚ ਲਾਇਆ, ਉਹਨਾਂ ਤੇ ਪਰਚਾ ਹੋ ਗਿਆ, ਕਿਸੇ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ। ਸਾਨੂੰ ਮੋਢੇ ਨਾਲ ਮੋਢਾ ਲਾ ਕੇ ਸਾਥ ਦੇਣਾ ਚਾਹੀਦਾ। ਜੇ ਕੋਈ ਇਹੋ ਜਿਹੀ ਕੋਈ ਆਪਦੇ ਖਾਲਸਾ ਪੰਥ ਦੇ ਰਵਾਇਤਾਂ ਨਾਲ ਸੌਦਾ ਲਾਉਂਦੇ ਆ ਤੇ ਉਹਦਾ ਸਾਥ ਦੇਈਏ,
ਤੇ ਇਹ ਫਿਰ ਹੀ ਹੱਲ ਹੋ ਸਕਦਾ ਹੈ। ਬਿਲਕੁਲ ਬਿਲਕੁਲ ਗੱਲ ਤੁਹਾਡੀ ਦਰੁਸਤ ਹੈ ਸਿੰਘ ਸਾਹਿਬ ਜੀ। ਦਰਸ਼ਕੋ ਵਾਕਿਆ ਹੀ ਸਹੀ ਗੱਲ ਹੈ। ਸਾਡੀ ਕੌਮ ਦੀ ਇੱਕ ਨਾਕਾਮੀ ਰਹੀ ਹੈ, ਹਮੇਸ਼ਾ ਗਿਲਾ ਰਹਿੰਦਾ ਆਪਣੀ ਕੌਮ ਤੇ ਆਪਣੇ ਪੰਥ ਦੇ ਉੱਪਰ। ਜਦੋਂ ਕੋਈ ਕਿਸੇ ਨੂੰ ਸਜ਼ਾ ਦੇ ਦਿੰਦਾ ਹੈ ਤੇ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਨੇ ਉਲਟਾ ਉਹਨਾਂ ਸਿੱਖਾਂ ਦੇ ਉੱਪਰ ਹੀ ਕਾਰਵਾਈ ਕਰ ਦਿੰਦੇ ਆ। ਤੇ ਜਦੋਂ ਉਹਨਾਂ ਤੇ ਕਾਰਵਾਈ ਹੁੰਦੀ ਹੈ ਪਿੱਛੇ ਕੋਈ ਫਿਰ ਪੈਰਵਾਈ ਨਹੀਂ ਕਰਦਾ, ਪਿੱਛੇ ਕੋਈ ਜਾ ਕੇ ਉਹਦੇ ਘਰ ਦਾ ਹਾਲ ਚਾਲ ਨਹੀਂ ਪੁੱਛਦਾ, ਦੇਖਦਾ ਨਹੀਂ ਕੋਈ ਜਾ ਕੇ ਉਹਦੇ ਘਰ ਦੇ ਵਿੱਚ ਹੁਣ ਰੋਟੀ ਪੱਕਦੀ ਹੈ ਜਾਂ ਨਹੀਂ ਪੱਕਦੀ। ਇਹ ਸੱਚ ਹੈ। ਅਨੇਕਾਂ ਐਸੇ ਪਰਿਵਾਰ ਨੇ ਜਿਹੜੇ ਅਸੀਂ ਤੁਹਾਡੇ ਤੱਕ ਲੈ ਕੇ ਵੀ ਆਏ ਹਾਂ ਤੇ ਲੈ ਕੇ ਆਵਾਂਗੇ ਵੀ ਜ਼ਰੂਰ, ਜਿਨ੍ਹਾਂ ਦੇ ਘਰ ਦੀ ਬਾਅਦ ਦੇ ਵਿੱਚ ਕਿਸੇ ਨੇ ਬਾਤ ਨਹੀਂ ਪੁੱਛੀ। ਇਹ ਸਾਡੀ ਕੌਮ ਦੀ ਇੱਕ ਨਾਕਾਮੀ ਰਹੀ ਹੈ। ਇਹ ਕੌਮ ਸਾਡੀ ਇੱਕ ਮਹਾਨ ਹੈ ਤੇ ਇਹ ਮੈਂ ਬੇਨਤੀ ਕਰਾਂਗਾ ਜਿਹੜਾ ਪੰਥ ਵਾਸਤੇ, ਜਿਹੜਾ ਕੌਮ ਵਾਸਤੇ, ਜਿਹੜਾ ਖਾਲਸੇ ਪੰਥ ਵਾਸਤੇ ਜੂਝਦਾ ਹੈ, ਕੁਝ ਨਾ ਕੁਝ ਕੁਰਬਾਨੀ ਕਰਦਾ ਹੈ, ਤੇ ਅਸੀਂ ਉਹਦੀ ਪਿੱਛੇ ਪੈਰਵਾਈ ਕਰੀਏ, ਉਹਦੇ ਪਰਿਵਾਰ ਦਾ ਜਾ ਕੇ ਅਸੀਂ ਹਾਲ ਚਾਲ ਪੁੱਛੀਏ ਉਹ ਕਿਸ ਭਾਣੇ ਦੇ ਅੰਦਰ ਉਹ ਆਪਣਾ ਸਮਾਂ ਜਿਹੜਾ ਹੈ ਉਹ ਬਤੀਤ ਕਰ ਰਿਹਾ ਹੈ, ਉਹ ਕਿਸ ਮਾਹੌਲ ਦੇ ਵਿੱਚ ਉਹ ਪਰਿਵਾਰ ਗੁਜ਼ਰ ਰਿਹਾ, ਉਸ ਘਰ ਦੇ ਵਿੱਚ ਰੋਟੀ ਪੱਕਦੀ ਹੈ ਜਾਂ ਨਹੀਂ ਪੱਕਦੀ, ਉਹਦਾ ਪਰਿਵਾਰ ਕਿੱਥੇ ਰਹਿ ਰਿਹਾ। ਅਸੀਂ ਬਾਤ ਨਹੀਂ ਪੁੱਛਦੇ। ਇਹ ਸਾਨੂੰ ਪਹਿਲ ਦੇ ਆਧਾਰ ਤੇ ਇਹ ਵੀ ਕਾਰਜ ਕਰਨੇ ਚਾਹੀਦੇ ਨੇ। ਇਹ ਨਹੀਂ ਹੈ ਵੀ ਜਦੋਂ ਕਿਤੇ ਮੁੱਦਾ ਗਰਮਾਇਆ ਤੇ 4-5 ਦਿਨ ਅਸੀਂ ਆ ਕੇ ਮੀਡੀਆ ਦੇ ਵਿੱਚ ਵੀ ਬੋਲ ਗਏ, ਸਾਰੇ ਪਾਸੇ ਆਪਣੀ ਆਵਾਜ਼ ਨੂੰ ਬੁਲੰਦ ਕਰ ਦਿੱਤਾ ਤੇ ਬਾਅਦ ਦੇ ਵਿੱਚ ਅਸੀਂ ਵਿਸਾਰ ਦੇਣਾ, ਬਾਅਦ ਦੇ ਵਿੱਚ ਅਸੀਂ ਭੁਲਾ ਦਿੱਤਾ। ਇਹ ਕਦੀ ਨਾ ਅਸੀਂ ਭੁਲਾਈਏ। ਜਿਹੜਾ ਕੌਮ ਵਾਸਤੇ ਕੁਝ ਕਰਦਾ ਹੈ ਤੇ ਹਮੇਸ਼ਾ ਉਸ ਕੌਮ ਤੇ ਪੰਥ ਦਰਦੀ ਦੀ ਅਸੀਂ ਪੈਰਵਾਈ ਕਰੀਏ ਤੇ ਉਹਦੇ ਪਿੱਛੇ ਰਹੀਏ। ਹੁਣ ਸ਼ਰਾਰਤੀ ਅਨਸਰ ਨੇ ਇੱਥੇ ਕਿਸੇ ਦੁਸ਼ਟ ਪਾਪੀ ਨੇ ਜਿਹੜੀ ਸ਼ਰਾਰਤ ਕੀਤੀ ਆ, ਗੁਟਕਾ ਸਾਹਿਬ ਦੇ ਅੰਗ ਪਾੜੇ ਆ, ਵਿੱਚ ਲੱਡੂ ਰੱਖ ਦਿੱਤਾ ਗਿਆ। ਝਤਰਾ ਤੇ ਮਨਾਵਾਂ ਦੇ ਵਿਚਕਾਰ ਇਹ ਜਿਹੜੀ ਘਟਨਾ ਹੈ, ਮਨਸੂਰ ਦੇਵਾ ਤੇ ਝਤਰਾ। ਦਰਸ਼ਕੋ ਇਹ ਨਹੀਂ ਹੈ ਵੀ ਅਸੀਂ 2-4 ਦਿਨ ਮੀਡੀਆ ਵਿੱਚ ਆ ਕੇ ਆਪੋ ਆਪਣੇ ਬਿਆਨ ਦੇ ਦਿੱਤੇ ਤੇ ਅਸੀਂ ਉਦੋਂ ਹੀ ਜਿਹੜਾ ਆਪਣੇ ਮੁੱਦੇ ਦੇ ਉੱਪਰ ਖੜੇ ਰਹੇ ਤੇ ਬਾਅਦ ਦੇ ਵਿੱਚ ਅਸੀਂ ਉਸ ਮੁੱਦੇ ਨੂੰ ਭੁਲਾ ਦੇਣਾ। ਉਸ ਪਰਿਵਾਰਾਂ ਦੀ ਅਸੀਂ ਪੈਰਵਾਈ ਨਹੀਂ ਕਰਨੀ ਤੇ ਸਾਨੂੰ ਹਮੇਸ਼ਾ ਉਹਨਾਂ ਪਰਿਵਾਰਾਂ ਦੀ ਪੈਰਵਾਈ ਕਰਨੀ ਚਾਹੀਦੀ ਹੈ, ਉਹਨਾਂ ਦੇ ਪਿੱਛੇ ਖੜਨਾ ਚਾਹੀਦਾ ਹੈ ਕੌਮ ਵਾਸਤੇ। ਤਾਂ ਹੀ ਅਸੀਂ ਅਸਲ ਕੌਮ ਤੇ ਖਾਲਸਾ ਪੰਥ ਦੇ ਪੈਰੋਕਾਰ ਹਾਂ। ਦਰਸ਼ਕੋ ਜਿਹੜੀ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਮੋਗਾ ਤੇ ਜ਼ੀਰੇ ਦੇ ਵਿਚਕਾਰ ਪਿੰਡ ਝਤਰੇ ਦੇ ਬਿਲਕੁਲ ਨੇੜੇ ਹੀ ਕਿਸੇ ਸ਼ਰਾਰਤੀ ਅਨਸਰ ਨੇ ਗੁਟਕਾ ਸਾਹਿਬ ਦੇ ਅੱਗੋਂ ਤੇ ਪਿੱਛੋਂ ਅੰਗ ਪਾੜ ਕੇ ਵਿੱਚ ਗੁਟਕਾ ਸਾਹਿਬ ਦੇ ਲੱਡੂ ਰੱਖ ਕੇ ਤੇ ਕੋਈ ਐਸੀ ਘਿਨੌਣੀ ਹਰਕਤ ਕੀਤੀ ਹੈ। ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਵਾਸਤੇ ਸਾਨੂੰ ਹਮੇਸ਼ਾ ਹੀ ਤਤਪਰ ਰਹਿਣਾ ਚਾਹੀਦਾ ਹੈ। ਆਪੋ ਆਪਣੇ ਪਿੰਡਾਂ ਦੇ ਵਿੱਚ ਸੁਚੇਤ ਰਹੀਏ, ਸੁਹਿਰਦ ਰਹੀਏ, ਗੁਰੂ ਘਰਾਂ ਦੇ ਵਿੱਚ ਸੁਚੇਤ ਰਹੀਏ, ਆਪੋ ਆਪਣੀਆਂ ਡਿਊਟੀਆਂ ਨੂੰ ਪਛਾਣੀਏ। ਇਹ ਸਾਡੀ ਕੌਮ ਦੀ ਫਿਦਰਤ ਹੈ। ਮੈਂ ਦੇਖਦਾ ਵੀ ਜਦੋਂ ਕਿਤੇ ਐਸਾ ਕੋਈ ਹਲੂਣਾ ਵੱਜਦਾ, ਕਿਤੇ ਬੇਅਦਬੀ ਹੁੰਦੀ ਹੈ ਤੇ 4 ਦਿਨ ਅਸੀਂ ਬੜਾ ਸੁਚੇਤ ਰਹਿੰਦੇ ਹਾਂ, ਚਾਰੇ ਪਾਸੇ ਅਸੀਂ ਖਿਆਲ ਰੱਖਦੇ ਹਾਂ ਤੇ ਜਦੋਂ 5-4 ਦਿਨ ਬੀਤ ਜਾਂਦੇ ਆ ਦੁਬਾਰਾ ਤੋਂ ਫਿਰ ਸਾਡਾ ਉਹੀ ਹਾਲ ਹੋ ਜਾਂਦਾ ਹੈ ਜਿਹੜਾ ਹਾਲ ਸਾਡਾ 2015 ਤੋਂ ਪਹਿਲਾਂ ਦਾ ਸੀ। ਤੇ 450-500 ਦੇ ਕਰੀਬ ਗੁਰੂ ਸਾਹਿਬ ਜੀ ਦੀਆਂ ਬੇਅਦਬੀਆਂ ਹੋ ਰਹੀਆਂ ਨੇ। ਬਹੁਤ ਵੱਡੀਆਂ ਏਜੰਸੀਆਂ ਤੇ ਬਹੁਤ ਵੱਡੇ ਸ਼ਰਾਰਤੀ ਅਨਸਰਾਂ ਦਾ ਜਿਹੜਾ ਇਹ ਕੰਮ ਹੈ, ਇਹ ਆਮ ਕਿਸੇ ਛੋਟੇ ਮਨੁੱਖ ਦੀ ਕਾਰਵਾਈ ਨਹੀਂ ਹੈ। ਇਹ ਕਾਰਵਾਈ ਬਹੁਤ ਵੱਡੀਆਂ ਏਜੰਸੀਆਂ ਤੇ ਬਹੁਤ ਵੱਡੇ ਲੋਕਾਂ ਦੀਆਂ ਨੇ। ਇਸ ਵਾਸਤੇ ਅਸੀਂ ਆਪ ਸੁਹਿਰਦ ਰਹੀਏ, ਆਪ ਸੁਚੇਤ ਰਹੀਏ ਕਿ ਸਾਡੇ ਪਿੰਡਾਂ ਦੇ ਵਿੱਚ ਕੋਈ ਐਸੇ ਸ਼ਰਾਰਤੀ ਅਨਸਰ ਨਾ ਵੜ ਜਾਣ। ਕੋਈ ਵੀ ਸ਼ਰਾਰਤੀ ਅਨਸਰ ਕੋਈ ਬਾਹਰੋਂ ਦੂਸਰੇ ਪਿੰਡ 'ਚੋਂ ਤੁਹਾਡੇ ਪਿੰਡ ਵਿੱਚ ਐਂਟਰ ਹੁੰਦਾ ਹੈ ਤੇ ਉਹਦੇ ਉੱਪਰ ਅੱਖ ਰੱਖੋ। ਇਹ ਸਾਰੇ ਪਿੰਡ ਦੀ ਜ਼ਿੰਮੇਵਾਰੀ ਹੈ। ਇਹ ਇਕੱਲੇ ਗ੍ਰੰਥੀ ਸਿੰਘ ਜਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਿੰਮੇਵਾਰੀ ਨਹੀਂ ਹੈ। ਇਹ ਸਾਰੀ ਸੰਗਤ, ਸਾਰੇ ਨਗਰ ਦੀ ਜ਼ਿੰਮੇਵਾਰੀ ਹੈ, ਕਿਉਂਕਿ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਗੁਰੂ ਘਰ ਬਣਿਆ ਹੁੰਦਾ ਤੇ ਸਾਰੇ ਨਗਰ ਦਾ ਸਾਂਝਾ ਗੁਰੂ ਘਰ ਹੁੰਦਾ ਹੈ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਉਪਦੇਸ਼ 4 ਵਰਨਾ ਕੋ ਸਾਂਝਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਸਾਰਿਆਂ ਨੂੰ ਉਪਦੇਸ਼ ਇੱਕੋ ਜਿਹਾ ਦਿੰਦੀ ਹੈ। ਗੁਰੂ ਗ੍ਰੰਥ ਸਾਹਿਬ ਇਕੱਲੇ ਸਿੱਖਾਂ ਦੇ ਨਹੀਂ ਹੈ। ਮੈਂ ਇਹ ਕਹਿਣਾ ਹੁੰਨਾ ਵੀ ਜਿਹੜਾ ਵੀ ਦੁਸ਼ਟ ਗੁਰੂ ਸਾਹਿਬ ਜੀ ਦੀ ਬੇਅਦਬੀ ਕਰਦਾ ਉਹਦਾ ਕੋਈ ਧਰਮ ਹੀ ਨਹੀਂ ਹੁੰਦਾ। ਕੋਈ ਵੀ ਧਰਮ ਐਸਾ ਸਿਖਾਉਂਦਾ ਨਹੀਂ ਵੀ ਕਿਸੇ ਦੇ ਧਰਮ ਦੇ ਉਲਟ ਚੱਲੋ, ਪਰ ਸਿੱਖਾਂ ਦੇ ਧਰਮ ਨੂੰ ਹੀ ਸਿੱਖਾਂ ਦਾ ਧਰਮ ਜਾਣ ਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਜਿਹੜਾ ਕਰਨ ਵਾਸਤੇ ਮਨੁੱਖ ਆਉਂਦਾ ਹੈ। ਤੇ ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਾ ਵਾਂ, ਜਿਹੜੀ ਸਜ਼ਾਏ ਮੌਤ ਉਹਨਾਂ ਨਿਹੰਗ ਸਿੰਘਾਂ ਨੇ ਦਿੱਤੀ ਤੇ ਤੁਸੀਂ ਵੀ ਇਹ ਕੋਸ਼ਿਸ਼ ਕਰਨੀ ਹੈ ਹਮੇਸ਼ਾ ਵੀ ਉਹਨੂੰ ਬਣਦੀ ਸਜ਼ਾ ਉੱਥੇ ਹੀ ਦੇ ਦਿੱਤੀ ਜਾਵੇ। ਜਿਹੜਾ ਦੁਸ਼ਟ ਪਾਪੀ ਬੇਅਦਬੀ ਕਰਦਾ ਫੜਿਆ ਜਾਂਦਾ ਹੈ ਉਹਦੀ ਸਜ਼ਾ ਜਿਹੜੀ ਉਹਦਾ ਮਾਣ ਸਨਮਾਨ ਉੱਥੇ ਹੀ ਕਰ ਦੇਣਾ ਚਾਹੀਦਾ। ਤੇ ਇਸ ਮੁੱਦੇ ਦੇ ਉੱਪਰ ਤੁਹਾਡੀਆਂ ਵਿਚਾਰਾਂ ਕੀ ਨੇ? ਆਪੋ ਆਪਣੀਆਂ ਵਿਚਾਰਾਂ ਜ਼ਰੂਰ ਵੀਡੀਓ ਦੇ ਥੱਲੇ ਮੈਂਸ਼ਨ ਕਰਿਆ ਜੇ ਤਾਂ ਕਿ ਤੁਹਾਡੀਆਂ ਵਿਚਾਰਾਂ ਨੂੰ ਵੀ ਅਸੀਂ ਘੋਖ ਸਕੀਏ। ਦਰਸ਼ਕੋ ਇਹ ਨਹੀਂ ਹੈ ਵੀ ਅਸੀਂ 2-4 ਦਿਨ ਮੀਡੀਆ ਵਿੱਚ ਆ ਕੇ ਆਪੋ ਆਪਣੇ ਬਿਆਨ ਦੇ ਦਿੱਤੇ ਤੇ ਅਸੀਂ ਉਦੋਂ ਹੀ ਜਿਹੜਾ ਆਪਣੇ
ਮੁੱਦੇ ਦੇ ਉੱਪਰ ਖੜੇ ਰਹੇ ਤੇ ਬਾਅਦ ਦੇ ਵਿੱਚ ਅਸੀਂ ਉਸ ਮੁੱਦੇ ਨੂੰ ਭੁਲਾ ਦੇਣਾ, ਉਸ ਪਰਿਵਾਰਾਂ ਦੀ ਅਸੀਂ ਪੈਰਵਾਈ ਨਹੀਂ ਕਰਨੀ ਤੇ ਸਾਨੂੰ ਹਮੇਸ਼ਾ ਉਹਨਾਂ ਪਰਿਵਾਰਾਂ ਦੀ ਪੈਰਵਾਈ ਕਰਨੀ ਚਾਹੀਦੀ ਹੈ, ਉਹਨਾਂ ਦੇ ਪਿੱਛੇ ਖੜਨਾ ਚਾਹੀਦਾ ਹੈ ਕੌਮ ਵਾਸਤੇ, ਤਾਂ ਹੀ ਅਸੀਂ ਅਸਲ ਕੌਮ ਤੇ ਖਾਲਸਾ ਪੰਥ ਦੇ ਪੈਰੋਕਾਰਾਂ। ਦਰਸ਼ਕੋ, ਜਿਹੜੀ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਮੋਗਾ ਤੇ ਜ਼ੀਰੇ ਦੇ ਵਿਚਕਾਰ ਪਿੰਡ ਝਤਰੇ ਦੇ ਬਿਲਕੁਲ ਨੇੜੇ ਹੀ ਕਿਸੇ ਸ਼ਰਾਰਤੀ ਅਨਸਰ ਨੇ ਗੁਟਕਾ ਸਾਹਿਬ ਦੇ ਅੱਗੋਂ ਤੇ ਪਿੱਛੋਂ ਅੰਗ ਪਾੜ ਕੇ ਵਿੱਚ ਗੁਟਕਾ ਸਾਹਿਬ ਦੇ ਲੱਡੂ ਰੱਖ ਕੇ ਤੇ ਕੋਈ ਐਸੀ ਘਿਨੌਣੀ ਹਰਕਤ ਕੀਤੀ ਹੈ। ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਵਾਸਤੇ ਸਾਨੂੰ ਹਮੇਸ਼ਾ ਹੀ ਤਤਪਰ ਰਹਿਣਾ ਚਾਹੀਦਾ ਹੈ। ਆਪੋ ਆਪਣੇ ਪਿੰਡਾਂ ਦੇ ਵਿੱਚ ਸੁਚੇਤ ਰਹੀਏ, ਸੁਹਿਰਦ ਰਹੀਏ, ਗੁਰੂ ਘਰਾਂ ਦੇ ਵਿੱਚ ਸੁਚੇਤ ਰਹੀਏ, ਆਪੋ ਆਪਣੀਆਂ ਡਿਊਟੀਆਂ ਨੂੰ ਪਛਾਣੀਏ। ਇਹ ਸਾਡੀ ਕੌਮ ਦੀ ਫਿਦਰਤ ਹੈ। ਮੈਂ ਦੇਖਦਾ ਵੀ ਜਦੋਂ ਕਿਤੇ ਐਸਾ ਕੋਈ ਹਲੂਣਾ ਵੱਜਦਾ, ਕਿਤੇ ਬੇਅਦਬੀ ਹੁੰਦੀ ਹੈ ਤੇ 4 ਦਿਨ ਅਸੀਂ ਬੜਾ ਸੁਚੇਤ ਰਹਿੰਦੇ ਹਾਂ, ਚਾਰੇ ਪਾਸੇ ਅਸੀਂ ਖਿਆਲ ਰੱਖਦੇ ਹਾਂ ਤੇ ਜਦੋਂ 5-4 ਦਿਨ ਬੀਤ ਜਾਂਦੇ ਆ ਦੁਬਾਰਾ ਤੋਂ ਫਿਰ ਸਾਡਾ ਉਹੀ ਹਾਲ ਹੋ ਜਾਂਦਾ ਹੈ ਜਿਹੜਾ ਹਾਲ ਸਾਡਾ 2015 ਤੋਂ ਪਹਿਲਾਂ ਦਾ ਸੀ। ਤੇ 450-500 ਦੇ ਕਰੀਬ ਗੁਰੂ ਸਾਹਿਬ ਜੀ ਦੀਆਂ ਬੇਅਦਬੀਆਂ ਹੋ ਰਹੀਆਂ ਨੇ। ਬਹੁਤ ਵੱਡੀਆਂ ਏਜੰਸੀਆਂ ਤੇ ਬਹੁਤ ਵੱਡੇ ਸ਼ਰਾਰਤੀ ਅਨਸਰਾਂ ਦਾ ਜਿਹੜਾ ਇਹ ਕੰਮ ਹੈ, ਇਹ ਆਮ ਕਿਸੇ ਛੋਟੇ ਮਨੁੱਖ ਦੀ ਕਾਰਵਾਈ ਨਹੀਂ ਹੈ। ਇਹ ਕਾਰਵਾਈ ਬਹੁਤ ਵੱਡੀਆਂ ਏਜੰਸੀਆਂ ਤੇ ਬਹੁਤ ਵੱਡੇ ਲੋਕਾਂ ਦੀਆਂ ਨੇ। ਇਸ ਵਾਸਤੇ ਅਸੀਂ ਆਪ ਸੁਹਿਰਦ ਰਹੀਏ, ਆਪ ਸੁਚੇਤ ਰਹੀਏ ਕਿ ਸਾਡੇ ਪਿੰਡਾਂ ਦੇ ਵਿੱਚ ਕੋਈ ਐਸੇ ਸ਼ਰਾਰਤੀ ਅਨਸਰ ਨਾ ਵੜ ਜਾਣ। ਕੋਈ ਵੀ ਸ਼ਰਾਰਤੀ ਅਨਸਰ ਕੋਈ ਬਾਹਰੋਂ ਦੂਸਰੇ ਪਿੰਡ 'ਚੋਂ ਤੁਹਾਡੇ ਪਿੰਡ ਵਿੱਚ ਐਂਟਰ ਹੁੰਦਾ ਹੈ ਤੇ ਉਹਦੇ ਉੱਪਰ ਅੱਖ ਰੱਖੋ। ਇਹ ਸਾਰੇ ਪਿੰਡ ਦੀ ਜ਼ਿੰਮੇਵਾਰੀ ਹੈ, ਇਹ ਇਕੱਲੇ ਗ੍ਰੰਥੀ ਸਿੰਘ ਜਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਿੰਮੇਵਾਰੀ ਨਹੀਂ ਹੈ, ਇਹ ਸਾਰੀ ਸੰਗਤ, ਸਾਰੇ ਨਗਰ ਦੀ ਜ਼ਿੰਮੇਵਾਰੀ ਹੈ। ਕਿਉਂਕਿ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਗੁਰੂ ਘਰ ਬਣਿਆ ਹੁੰਦਾ ਤੇ ਸਾਰੇ ਨਗਰ ਦਾ ਸਾਂਝਾ ਗੁਰੂ ਘਰ ਹੁੰਦਾ ਹੈ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਉਪਦੇਸ਼ 4 ਵਰਨਾ ਕੋ ਸਾਂਝਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਸਾਰਿਆਂ ਨੂੰ ਉਪਦੇਸ਼ ਇੱਕੋ ਜਿਹਾ ਦਿੰਦੀ ਹੈ। ਗੁਰੂ ਗ੍ਰੰਥ ਸਾਹਿਬ ਇਕੱਲੇ ਸਿੱਖਾਂ ਦੇ ਨਹੀਂ ਹੈ। ਮੈਂ ਇਹ ਕਹਿਣਾ ਹੁੰਨਾ ਵੀ ਜਿਹੜਾ ਵੀ ਦੁਸ਼ਟ ਗੁਰੂ ਸਾਹਿਬ ਜੀ ਦੀ ਬੇਅਦਬੀ ਕਰਦਾ ਉਹਦਾ ਕੋਈ ਧਰਮ ਹੀ ਨਹੀਂ ਹੁੰਦਾ। ਕੋਈ ਵੀ ਧਰਮ ਐਸਾ ਸਿਖਾਉਂਦਾ ਨਹੀਂ ਵੀ ਕਿਸੇ ਦੇ ਧਰਮ ਦੇ ਉਲਟ ਚੱਲੋ, ਪਰ ਸਿੱਖਾਂ ਦੇ ਧਰਮ ਨੂੰ ਹੀ ਸਿੱਖਾਂ ਦਾ ਧਰਮ ਜਾਣ ਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਜਿਹੜਾ ਕਰਨ ਵਾਸਤੇ ਮਨੁੱਖ ਆਉਂਦਾ ਹੈ। ਤੇ ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਾ ਵਾਂ, ਜਿਹੜੀ ਸਜ਼ਾਏ ਮੌਤ ਉਹਨਾਂ ਨਿਹੰਗ ਸਿੰਘਾਂ ਨੇ ਦਿੱਤੀ ਤੇ ਤੁਸੀਂ ਵੀ ਇਹ ਕੋਸ਼ਿਸ਼ ਕਰਨੀ ਹੈ ਹਮੇਸ਼ਾ ਵੀ ਉਹਨੂੰ ਬਣਦੀ ਸਜ਼ਾ ਦੇ ਦਿੱਤੀ ਜਾਵੇ। ਜਿਹੜਾ ਦੁਸ਼ਟ ਪਾਪੀ ਬੇਅਦਬੀ ਕਰਦਾ ਫੜਿਆ ਜਾਂਦਾ ਹੈ ਉਹਦੀ ਸਜ਼ਾ ਜਿਹੜੀ ਉਹਦਾ ਮਾਨ ਸਨਮਾਨ ਉੱਥੇ ਹੀ ਕਰ ਦੇਣਾ ਚਾਹੀਦਾ।